ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦੀ ਜਾਪ ਸੇਵਾ ਦੀ ਡਿਊਟੀ ਨਿਭਾਣ ਕੇ ਜੀ ਮਨਰੂਪ ਸਿੰਘ ਜੀ ਪਟਿਆਲਾ ਚੌਂਕ ਤੋਂ। गुरु प्यारी साध संगत वज वज के फतेह बुलाओ। वाहिगुरु जी का खालसा वाहिगुरु जी की फतेह। आओ सारे रल के मूल मंत्र साहिब जी का जाप करिए। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਮਨਰੂਪ ਸਿੰਘ ਜੀ ਆਪ ਜੀ ਦਾ। ਹਾਂਜੀ ਜੀ, ਹੁਣ ਅੱਜ ਦੇ ਕੀਰਤਨ ਦੀ ਸੇਵਾ ਨਿਭਾਣ ਕੇ ਜੀ ਮਹਿਕਪ੍ਰੀਤ ਕੌਰ ਬਠਿੰਡਾ ਚੌਂਕ ਤੋਂ ਨਾਲ ਹਰਮਨਜੋਤ ਸਿੰਘ ਜੀ। वाहिगुरु जी का खालसा वाहिगुरु जी की फतेह। साथी ना लग गई पार ब्रह्म शरणाई। साथी ना लग गई पार ब्रह्म शरणाई। जाओ गिरद हमारे राम का, जाओ गिरद हमारे राम का। दुखी लगे ना पाई, हाँ दुखी लगे ना पाई। साथी ना लग गई पार ब्रह्म शरणाई। साथी ना लग गई पार ब्रह्म शरणाई। सतगुर पूरा बेटिया, सतगुर पूरा बेटिया। जिन बनत बनाई, जिन बनत बनाई, जिन बनत बनाई। हाँ जिन बनत बनाई। साथी ना लग गई पार ब्रह्म शरणाई। साथी ना लग गई पार ब्रह्म शरणाई। राम नाम
ब्रह्म शरणाई। ताती वाओ ना लग गई पार ब्रह्म शरणाई। राख लिए तेन रखनहार, राख लिए तेन रखनहार। सब व्याध मिटाई, सब व्याध मिटाई, अब व्याध मिटाई। हाँ, सब व्याध मिटाई। ताते वाओ ना लग गई पार ब्रह्म शरणाई। ताती वाओ ना लग गई पार ब्रह्म शरणाई। कहो नानक कृपा पई, कहो नानक कृपा पई। सब पई सहाई, सब पई सहाई, सब पई सहाई। हाँ, सब पई सहाई। ताती वाओ ना लग गई पार ब्रह्म शरणाई। ताती वाओ ना लग गई पार ब्रह्म शरणाई। गिरद हमारे राम का, गिरद हमारे राम का। दुख लगे ना पाई, दुख लगे ना पाई। ताती वाओ ना लग गई पार ब्रह्म शरणाई। ताती वाओ ना लग गई पार ब्रह्म शरणाई। पार ब्रह्म शरणाई, पार ब्रह्म शरणाई। वाहिगुरु वाहिगुरु जी का खालसा, वाहिगुरु जी की फतेह। बहुत बहुत धन्यवाद जी महकप्रीत कौर जी ਤੇ ਹਰਮਨਜੋਤ ਕੌਰ ਜੀ ਦਾ, ਜਿਨ੍ਹਾਂ ਨੇ ਕੀਰਤਨ ਦੀ ਸੇਵਾ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਹੈ ਜੀ। ਹਾਂਜੀ, ਹੁਣ ਆਪਾਂ ਆਪਣੇ ਪਹਿਲੇ ਸੈਸ਼ਨ ਵੱਲ ਜਾਂਦੇ ਹਾਂ ਜੀ। ਪਹਿਲੇ ਸੈਸ਼ਨ ਸਟਾਰਟ ਹੋ ਰਿਹਾ ਜੀ, ਉਹਦੇ ਵਿੱਚ ਆ ਰਹੇ ਨੇ ਵੀਰ ਗੁਰਮੇਲ ਸਿੰਘ ਜੀ। ਵਾਹਿਗੁਰੂ ਜੀ। ਹਾਂਜੀ, ਵੀਰ ਗੁਰਮੇਲ ਸਿੰਘ ਜੀ ਦਾ ਪਹਿਲਾ ਸੈਸ਼ਨ, ਜਿਨ੍ਹਾਂ ਦਾ ਵਿਸ਼ਾ ਹੈ ਜੀ ਜੋ ਸੁਖ ਪ੍ਰਭ ਗੋਬਿੰਦ ਕੀ ਸੇਵ ਸੋ ਸੁਖ ਰਾਜ ਨਾ ਲਈਏ। ਕਿਉਂਕਿ ਜੋ ਸੁਖ ਪਰਮਾਤਮਾ ਦੇ ਗੋਬਿੰਦ ਭਜਨ ਵਿੱਚ ਮਿਲਦਾ ਹੈ, ਉਹ ਸੁਖ ਕਿਤੇ ਰਾਜ ਦੇ ਵਿੱਚ ਨਹੀਂ ਮਿਲਦਾ ਜੀ। ਹਾਂਜੀ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੜੇ ਸੁਭਾਗਾਂ ਦੀ ਗੱਲ ਹੈ ਕਿ ਅੱਜ ਆਪਾਂ ਇਸ ਜਰੀਏ ਰਾਹੀਂ ਸਤਸੰਗ ਕਰ ਰਹੇ ਹਾਂ ਔਰ ਬੜੇ ਛੋਟੇ ਛੋਟੇ ਬੱਚੇ ਜੁੜੇ ਨੇ। ਬੱਚਿਆਂ ਦੇ ਪ੍ਰਥਾਏ ਮੈਨੂੰ ਹਮੇਸ਼ਾ ਖਿਆਲ ਰਹਿੰਦਾ ਵੀ ਅਸੀਂ ਇਹਨਾਂ ਨੂੰ ਛੋਟੇ ਨਹੀਂ ਸਮਝੀਦਾ। ਗੁਰਮਤਿ ਅਨੁਸਾਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਵਿਤਕਰਾ ਨਹੀਂ ਰੱਖਣਾ। ਇਸ ਕਰਕੇ ਮੈਨੂੰ ਲੱਗਦਾ ਵੀ ਸਾਡੇ ਵਿੱਚ ਉਮਰ ਦਾ ਵੀ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਬੱਚੇ ਛੋਟੇ ਨੇ, ਸੋ ਭਾਗਾਂ ਦੀ ਗੱਲ ਹੈ ਵੀ ਉਮਰ ਕਰਕੇ ਭਾਵੇਂ ਬੜੇ ਛੋਟੇ ਛੋਟੇ ਬੱਚੇ ਜੁੜੇ ਨੇ ਪਰ ਬੜੇ ਜਗਿਆਸੂ ਹੈ। ਅੱਜ ਜਿਹੜਾ ਆਪਣਾ ਵਿਸ਼ਾ ਹੈ ਉਹ ਇੱਕ ਗੁਰੂ ਸਾਹਿਬ ਦਾ ਵਚਨ ਹੈ। ਸਾਰੇ ਬੱਚਿਆਂ ਦੇ ਧਿਆਨ 'ਚ ਹੋਣਾ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀ ਹੈ। ਗੁਰੂ ਸਾਹਿਬ ਨੇ ਇਹ ਜਿਹੜਾ ਪਾਵਨ ਪਵਿੱਤਰ ਵਚਨ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਭਗਤ ਕਬੀਰ ਸਾਹਿਬ ਜੀ ਦਾ ਵਚਨ ਹੈ। ਗੌੜੀ ਰਾਗ ਅੰਦਰ ਇਹ ਪਵਿੱਤਰ ਵਚਨ ਨੇ, ਜਿੱਥੇ ਸਾਨੂੰ ਤੁਲਨਾ ਕਰਕੇ ਸਮਝਾਇਆ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਅਕਾਲ ਪੁਰਖ ਦੀ ਸਿਫਤ ਹੈ, ਉਹਦੀ ਸੇਵਾ ਹੈ, ਉਹ ਏਡਾ ਵੱਡਾ ਸੁੱਖ ਹੈ
ਤੇ ਉਸ ਦੀ ਬਰਾਬਰੀ ਰਾਜ ਵੀ ਨਹੀਂ ਕਰ ਸਕਦਾ। ਕਿਉਂਕਿ ਬੰਦੇ ਨੇ, ਇਨਸਾਨ ਨੇ ਜਿਹੜਾ ਸੁੱਖ ਮੰਨੇ ਹੁੰਦੇ ਨੇ ਵੀ ਪੈਸਾ ਕਮਾਉਣ ਦਾ ਸੁੱਖ ਹੈ, ਵਸਤੂਆਂ ਨੂੰ, ਪਦਾਰਥਾਂ ਨੂੰ ਭੋਗਣ ਦਾ ਸੁੱਖ ਹੈ, ਖਾਣ ਪੀਣ ਦਾ, ਪਹਿਨਣ ਦਾ ਸੁੱਖ ਹੈ, ਜਾਂ ਫਿਰ ਸਾਧਨ ਨੇ, ਕਾਰਾਂ ਅੱਜ ਦੇ ਜ਼ਮਾਨੇ 'ਚ ਆ ਗਈਆਂ, ਪਹਿਲਾਂ ਘੋੜੇ, ਰੱਥ ਆਦਿਕ ਸਾਧਨ ਸਨ। ਇਹਨਾਂ ਨੂੰ ਬੰਦੇ ਨੇ ਮੰਨਿਆ ਹੋਇਆ ਕਿ ਇਹ ਸੁੱਖ ਦੇਣ ਵਾਲੇ। ਸੁੱਖ ਦੀ ਜਿਹੜੀ ਸਭ ਤੋਂ ਵੱਡੀ ਆਪਾਂ ਕਹਿ ਲਈਏ, ਜਿਹੜੀ ਸਭ ਤੋਂ ਵੱਡਾ ਬੰਦੇ ਨੇ ਪੱਧਰ ਮੰਨਿਆ, ਸਟੇਟਸ ਮੰਨਿਆ ਸੁੱਖ ਦਾ, ਉਹ ਇਹ ਮੰਨਿਆ ਵੀ ਰਾਜ ਹੋਵੇ। ਮੇਰੇ ਕੋਲ ਰਾਜ ਹੈ, ਮੇਰਾ ਹੁਕਮ ਚੱਲਦਾ ਹੈ, ਪ੍ਰਜਾ ਮੇਰੇ ਅਧੀਨ ਹੈ, ਲੋਕ ਮੇਰਾ ਆਗਿਆ ਮੰਨਦੇ ਆ। ਇਹ ਬਹੁਤ ਵੱਡਾ ਸੁੱਖ ਬੰਦੇ ਨੇ ਬਹੁਤ ਸਮਾਂ ਪਹਿਲਾਂ ਹੀ ਮੰਨਿਆ ਹੋਇਆ ਸੀ। ਆਪਾਂ ਦੇਖਦੇ ਹਾਂ ਵੀ ਜਿਹੜੀ ਰਾਜ ਦੀ ਗੱਲ ਆ, ਉਹਦੇ ਨਾਲ ਸੰਬੰਧਿਤ ਕਬੀਲਿਆਂ ਦੀ ਗੱਲ ਆਉਂਦੀ ਆ, ਉੱਥੇ ਵੀ ਕੀ ਸੀ ਵੀ ਸਾਡਾ ਹੁਕਮ ਚੱਲੇ। ਬੰਦੇ ਨੇ ਜਿਹੜੀ ਚੀਜ਼ ਨੂੰ ਸਭ ਤੋਂ ਵੱਡਾ ਸੁੱਖ ਦੇਣ ਵਾਲਾ ਮੰਨਿਆ, ਉਹ ਰਾਜ ਆ ਉਹਦੇ ਸਾਹਮਣੇ, ਕਿ ਮੇਰਾ ਰਾਜ ਹੋਵੇ। ਪਰ ਗੁਰੂ ਪਾਤਸ਼ਾਹ ਨੇ ਆਖਿਆ ਵੀ ਰਾਜ ਤੋਂ ਵੀ ਵਧੀਆ ਇੱਕ ਗੱਲ ਹੁੰਦੀ ਹੈ, ਉਹ ਹੈ ਅਕਾਲ ਪੁਰਖ ਦੀ ਸੇਵਾ। ਵੈਸੇ ਬੰਦੇ ਨੇ ਸੁੱਖ ਦੇ ਆਪਣੇ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਮੰਨੀਆਂ ਹੁੰਦੀਆਂ ਨੇ। ਵੱਡੀ ਸਿੱਧੀ ਜੀ ਗੱਲ ਇਹ ਹੁੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਸੁੱਖ ਦਾ ਹੀ ਮੰਨਦੇ ਹਾਂ ਜਿਹੜੀ ਸਾਡੀ ਚਾਹਤ ਮੁਤਾਬਕ ਹੈ। ਮੰਨ ਲਓ ਗਰਮੀ ਪੈ ਰਹੀ ਹੈ, ਮੇਰੀ ਇੱਛਾ ਹੈ ਵੀ ਮੀਂਹ ਪਵੇ, ਠੰਡ ਹੋ ਜਾਵੇ। ਮੀਂਹ ਪੈਣਾ ਸਾਡੇ ਲਈ ਸੁੱਖ ਦਾ ਹੀ ਲੱਗਦਾ। ਪਰ ਆਪਾਂ ਕਿਸੇ ਸਫ਼ਰ ਦੇ ਵਿੱਚ ਹੋਈਏ, ਮੰਨ ਲਓ ਅਸੀਂ ਕਿਸੇ ਮੋਟਰਸਾਈਕਲ ਆਦਿਕ ਸਾਧਨ ਤੇ ਜਾ ਰਹੇ ਹਾਂ, ਉੱਥੇ ਮੀਂਹ ਪੈਣ ਲੱਗ ਜੇ, ਸਾਡੇ ਲਈ ਉਹੀ ਮੀਂਹ ਪੈਣਾ ਦੁੱਖ ਦਾ ਹੀ ਬਣ ਜਾਂਦਾ, ਦੁੱਖ ਹੀ ਲੱਗਦਾ। ਇਸ ਤਰ੍ਹਾਂ ਅਸੀਂ, ਮੈਨੂੰ ਲੱਗਦਾ ਮੋਟੇ ਤੌਰ ਤੇ ਇਹ ਮੰਨਿਆ ਹੁੰਦਾ, ਜਿਹੜੀਆਂ ਚੀਜ਼ਾਂ ਸਾਨੂੰ ਪਸੰਦ ਹੈ, ਜੇ ਉਹ ਮਿਲਦੀਆਂ ਰਹਿਣ ਤਾਂ ਇਹ ਸਾਡੇ ਲਈ ਅਸੀਂ ਸੁੱਖ ਮੰਨਿਆ ਹੁੰਦਾ, ਇਹ ਸੁੱਖ ਹੈ। ਜਿਹੜੀਆਂ ਚੀਜ਼ਾਂ ਨੂੰ ਅਸੀਂ ਚਾਹੁੰਦੇ ਹਾਂ, ਜੇ ਉਹ ਨਾ ਮਿਲਣ ਤਾਂ ਅਸੀਂ ਦੁਖੀ ਹੁੰਦੇ ਹਾਂ। ਅਸੀਂ ਦੁੱਖ ਸੁੱਖ ਦੋ ਇਹ ਲਫ਼ਜ਼ ਮੰਨੇ ਹੋਏ ਨੇ। ਅਸਲ ਵਿੱਚ ਦੁੱਖ ਜ਼ਿੰਦਗੀ ਦੇ ਬਹੁਤ ਘੱਟ ਹੁੰਦੇ ਨੇ। ਕੁਝ ਚੀਜ਼ਾਂ ਸਾਨੂੰ ਪਰੇਸ਼ਾਨੀਆਂ ਬਣ ਕੇ ਟੱਕਰਦੀਆਂ। ਜਦੋਂ ਅਸੀਂ ਗੁਰੂ ਵਾਲੇ ਬਣ ਕੇ ਗੁਰਮਤ ਦੇ ਅਨੁਸਾਰ ਜ਼ਿੰਦਗੀ ਨੂੰ ਵੇਖਦੇ ਹਾਂ, ਉਦੋਂ ਸਾਡੇ ਵਾਸਤੇ ਦੁੱਖ ਦੇਣ ਵਾਲਾ ਕੁਝ ਵੀ ਨਹੀਂ। ਨਾ ਫਿਰ ਸਾਨੂੰ ਭੁੱਖ ਦਾ ਦੁੱਖ ਹੁੰਦਾ ਹੈ, ਨਾ ਕਿਸੇ ਵਿਛੋੜੇ ਦਾ ਦੁੱਖ ਹੁੰਦਾ ਹੈ, ਨਾ ਹੀ ਕਿਸੇ ਚੀਜ਼ ਦੇ ਖੁੱਸਣ ਦਾ ਕੋਈ ਦੁੱਖ ਨਹੀਂ। ਉੱਥੇ ਤਾਂ ਭਗਤਾਂ ਨੇ ਬੜਾ ਸਪਸ਼ਟ ਕਿਹਾ ਕਿ ਜੇ ਸਾਨੂੰ ਰਾਜ ਮਿਲੇ ਤਾਂ ਉਹਦੀ ਕੋਈ ਸਾਨੂੰ ਚਾਹ ਨਹੀਂ, ਤਮੰਨਾ ਨਹੀਂ। ਜੋ ਰਾਜ ਦੇਹ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਏ। ਬੱਚੋ ਸੁਣ ਰਹੇ ਹੋ, ਵਿਧਾਨ ਵਿੱਚ ਆ ਰਿਹਾ, ਭਗਤਾਂ ਨੇ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਇਹ ਵਚਨ ਆਖੇ ਨੇ ਕਿ ਰੱਬਾ, ਜੇ ਤੂੰ ਸਾਨੂੰ ਏਡੇ ਗਰੀਬ ਕੰਗਾਲ ਬਣਾ ਦੇਵੇਂ ਕਿ ਅਸੀਂ ਮੰਗ ਕੇ ਰੋਟੀ ਖਾਈਏ, ਦਰ ਦਰ ਤੇ ਸਾਨੂੰ ਮੰਗਣਾ ਪਵੇ, ਅੱਜ ਆਹ ਕਰ ਗਏ ਆ, ਉਹ ਕਰ ਗਏ ਆ, ਸਾਨੂੰ ਉਸ ਚੀਜ਼ ਦਾ ਦੁੱਖ ਨਹੀਂ। ਜੇ ਤੂੰ ਸਾਨੂੰ ਰਾਜ ਵੀ ਦੇ ਦੇਵੇਂ, ਸਾਡੇ ਲਈ ਕੋਈ ਬੜੀ ਵਡਿਆਈ ਵਾਲੀ ਗੱਲ ਨਹੀਂ। ਸੋ ਇਹ ਤਾਂ ਹੈ ਪ੍ਰੇਮ ਦੀਆਂ ਗੱਲਾਂ। ਜਿੱਥੇ ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਵੀ ਆਖਿਆ, ਰਾਜ ਨਾ ਚਾਹੋ ਮੁਕਤ ਨਾ ਚਾਹੋ। ਸਾਡੀ ਚਾਹਤ ਕੀ ਹੈ, ਤਮੰਨਾ ਕੀ ਹੈ? ਮਨ ਪ੍ਰੀਤ ਚਰਨ ਕਮਲਾਰੇ। ਸਾਡੇ ਮਨ ਦਾ ਪ੍ਰੇਮ ਗੁਰੂ ਅਕਾਲ ਪੁਰਖ ਦੇ ਚਰਨਾਂ ਨਾਲ ਬਣਿਆ ਰਹੇ, ਇਹੀ ਵੱਡਾ ਸੁੱਖ ਹੈ। ਸੋ ਮੈਂ ਬੇਨਤੀ ਕਰਨ ਲੱਗਿਆ ਸੀ ਕਿ ਅਸੀਂ ਸੁੱਖਾਂ ਨੂੰ ਐਂ ਜੇ ਮੰਨਿਆ ਹੁੰਦਾ ਵੀ ਜਿਹੜੀਆਂ ਚੀਜ਼ਾਂ ਦੀ ਸਾਨੂੰ ਚਾਹਤ ਹੈ, ਤਮੰਨਾ ਹੈ, ਇੱਛਾ ਹੈ, ਉਹ ਮਿਲ ਜਾਣ ਤਾਂ ਅਸੀਂ ਸੁਖੀ ਹੁੰਦੇ ਹਾਂ, ਆਪਣੇ ਆਪ ਨੂੰ ਚੰਗਾ ਭਾਗਾਂ ਵਾਲਾ ਮਹਿਸੂਸ ਕਰਦੇ ਹਾਂ। ਪਰ ਜੋ ਗੁਰਮਤ ਦਾ ਉਪਦੇਸ਼ ਹੈ, ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਉਹ ਇਹ ਹੈ ਵੀ ਅਸੀਂ, ਸਾਡੇ ਕੋਲ ਕੁਝ ਹੈ ਨਹੀਂ ਹੈਗਾ, ਥੋੜਾ ਹੈ ਵਾਲਾ ਹੈ, ਅਸੀਂ ਇੱਕ ਰਸ ਰਹਿਣਾ। ਇਸ ਅਵਸਥਾ ਨੂੰ ਗੁਰੂ ਪਾਤਸ਼ਾਹ ਨੇ ਸੁੱਖ ਤੋਂ ਵੱਧ ਕੇ ਆਨੰਦ ਦਾ ਅਵਸਥਾ ਕਿਹਾ, ਜਿਹਨੂੰ ਅਸੀਂ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰਸਿੱਖ ਪਿਆਰੇ ਸੁੱਖਾਂ ਤੋਂ ਵੱਧ ਕੇ ਆਨੰਦ ਦੀ ਗੱਲ ਕਰਦੇ ਹੈ। ਸੁੱਖ ਕੋਈ ਵੀ ਹੋਵੇ, ਕਿਸੇ ਪ੍ਰਾਪਤੀ ਦਾ ਸੁੱਖ ਹੈ, ਉਹ ਬੜਾ ਥੋੜ ਚਿਰ ਹੁੰਦਾ ਹੈ। ਮੰਨ ਲਓ ਕੋਈ ਵੱਡਾ ਅਹੁਦਾ ਮਿਲਿਆ, ਜਿਵੇਂ ਰਾਜ ਭਾਗ ਦੀ ਗੱਲ ਹੈ, ਕਿਸੇ ਨੂੰ ਦੌਲਤ ਵਧੇਰੀ ਮਿਲ ਗਈ
ਕਿਸੇ ਨੂੰ ਆਪਣੇ ਰੰਗ ਰੂਪ ਦਾ ਬੜਾ ਵੀ ਮੈਂ ਜਵਾਨ ਵਧੀ ਐ, ਇਹ ਸਾਰੀਆਂ ਥੋੜ ਚਿਰੀਆਂ ਚੀਜ਼ਾਂ ਨੇ। ਜਦੋਂ ਇਹ ਖੁੱਸਦੀਆਂ ਨੇ, ਸਾਡੇ ਕੋਲ ਨਹੀਂ ਰਹਿੰਦੀਆਂ, ਬੰਦਾ ਫਿਰ ਦੁਖੀ ਹੁੰਦਾ ਹੈ। ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਵੀ ਜਿਹੜਾ ਇਨਸਾਨ ਹੈ, ਇੱਕ ਇਵੇਂ ਦਾ ਹੈ ਜਿਵੇਂ ਇੱਕ ਮਿੱਟੀ ਦਾ ਪੁਤਲਾ ਹੋਵੇ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ। ਗੁਰੂ ਸਾਹਿਬ ਕਹਿੰਦੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਤੇ ਕਿ ਇਹ ਮਿੱਟੀ ਦਾ ਪੁੱਤਰਾ ਦੇਖੋ ਕਿਵੇਂ ਨੱਚਦਾ ਫਿਰਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ, ਇਹ ਵੇਖਦਾ ਹੈ, ਸੁਣੈ ਬੋਲੇ, ਸੁਣਦਾ ਹੈ, ਬੋਲਦਾ ਹੈ। ਆਪਣੇ ਸਾਰੇ ਇਨਸਾਨਾਂ ਦੀ ਕਹਾਣੀ ਹੈ ਇਹ, ਜਿਹਦੇ ਵਿੱਚ ਮੈਂ ਵੀ ਸ਼ਾਮਲ ਹੈ। ਆਪਾਂ ਕੀ ਕਰਦੇ ਹਾਂ? ਗੁਰੂ ਸਾਹਿਬ ਕਹਿੰਦੇ ਇਵੇਂ ਦਾ ਲੋਕਾਂ ਦਾ ਜੀਵਨ ਹੈ। ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ। ਪੁੱਤਰਾ ਕਹਿੰਦੇ ਨੇ ਪੁਤਲੇ ਨੂੰ, ਜਿਵੇਂ ਆਪਾਂ ਕਹਿੰਦੇ ਪੁਤਲਾ ਬਣਾ ਕੇ ਕਿਸੇ ਨੇ ਸਾੜਿਆ। ਇਨਸਾਨ ਇੱਕ ਮਿੱਟੀ ਦਾ ਪੁਤਲਾ ਬਣਿਆ ਹੋਇਆ। ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ, ਕਿਵੇਂ ਨੱਚਦਾ ਫਿਰਦਾ? ਦੇਖੈ ਦੇਖੈ, ਵੇਖਦਾ ਹੈ, ਸੁਣੈ ਬੋਲੇ, ਸੁਣਦਾ ਹੈ, ਵੇਖਦਾ ਹੈ, ਬੋਲਦਾ ਹੈ। ਵੇਖੈ, ਗੁਰੂ ਸਾਹਿਬ ਨੇ ਸਾਨੂੰ ਉੱਥੇ ਸਾਨੂੰ ਨਾਲ ਸਮਝਾਇਆ ਵੀ ਦੇਖੋ ਨਾਲ ਇਹ ਕਰਦਾ ਕੀ ਹੈ, ਦੌੜਿਓ ਫਿਰਤ ਹੈ। ਕਈ ਤਰ੍ਹਾਂ ਦੇ ਉਦਮਾਂ ਦੇ ਵਿੱਚ, ਜਿਹਦੇ ਵਿੱਚ ਇੱਥੇ ਗੁਰੂ ਪਾਤਸ਼ਾਹ ਨੇ ਫਜ਼ੂਲ ਦੀ ਗੱਲ ਕੀਤੀ ਹੈ ਵੀ ਜਿਹੜੇ ਵਾਧੂ ਦੇ ਝੰਬੇਲਿਆਂ ਵਿੱਚ ਬੰਦਾ ਪੈ ਕੇ ਫਜ਼ੂਲ ਦੇ ਵਿੱਚ ਭੱਜਿਆ ਫਿਰਦਾ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ, ਸੁਣੈ ਬੋਲੇ, ਦੌੜਿਓ ਫਿਰਤ, ਭੱਜਿਆ ਫਿਰਦਾ। ਜਬ ਕਛ ਪਾਵੇ ਤਬ ਗਰਵ ਕਰਤ ਹੈ। ਜਿਹੜੀ ਗੱਲ ਆਪਣਾ ਇਸ ਵਿਸ਼ੇ ਨਾਲ ਸੰਬੰਧ ਸੀ ਵੀ ਬੰਦਾ ਦੁੱਖ ਸੁੱਖ ਨੂੰ ਕਿਵੇਂ ਦਾ ਮਹਿਸੂਸ ਕਰਦਾ ਹੈ। ਜਦੋਂ ਕੋਈ ਪ੍ਰਾਪਤੀ ਹੋ ਜਾਂਦੀ ਹੈ, ਮੰਨ ਲਓ ਕਿਸੇ ਨੂੰ ਕੋਈ ਰੁਤਬਾ ਮਿਲ ਗਿਆ, ਕਿਸੇ ਨੂੰ ਦੌਲਤ ਰੁਪਈਏ ਮਿਲ ਗਏ, ਫਿਰ ਬੜਾ ਹੰਕਾਰ ਦੇ ਵਿੱਚ ਬੜਾ ਖੁਸ਼ ਹੁੰਦਾ ਵੀ ਮੈਨੂੰ ਇਹ ਬਹੁਤ ਕੁਝ ਮੇਰੀ ਪ੍ਰਾਪਤੀ ਹੈ, ਮੈਨੂੰ ਕੁਝ ਮਿਲ ਗਿਆ। ਇਹਦੇ ਉਲਟ ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਦੁਖੀ ਕਦੋਂ ਹੁੰਦਾ? ਜਦੋਂ ਮਾਇਆ ਕੋਲ ਨਾ ਰਹੇ। ਮਾਇਆ ਗਈ ਤਬ ਰੋਵਣ ਲੱਗਦਾ ਹੈ। ਇਹ ਇੱਕ ਆਮ ਸਧਾਰਨ ਇਨਸਾਨ ਦੀ ਕਹਾਣੀ ਹੈ, ਜਿਹਦੇ ਪਰਥਾਏ ਗੁਰੂ ਪਾਤਸ਼ਾਹ ਨੇ ਦੱਸਿਆ ਵੀ ਇਹ ਇਵੇਂ ਦੇ ਲੋਕ ਨੇ। ਗੁਰੂ ਸਾਹਿਬ ਨੇ ਇੱਕ ਫਿਰ ਸਾਨੂੰ ਹੋਰ ਰਾਹ ਦੱਸਿਆ ਵੀ ਵੇਖੋ ਕੋਈ ਗਰੀਬ ਹੈ, ਅਮੀਰ ਹੈ, ਉਹਨੂੰ ਅਸਲ ਵਿੱਚ ਜਿਹੜਾ ਦੁੱਖ ਹੈ ਵੱਡਾ, ਉਹ ਇਸ ਕਰਕੇ ਨਹੀਂ ਵੀ ਉਹਨਾਂ ਕੋਲ ਕੁਝ ਹੈ ਨਹੀਂ, ਦੁੱਖ ਹੈ ਬੇਸਮਝੀ ਦਾ। ਪਾਤਸ਼ਾਹ ਦੇ ਇੱਕ ਥਾਂ ਵਚਨ ਹੈ ਬਾਣੀ ਅੰਦਰ, ਗੁਰੂ ਸਾਹਿਬ ਕਹਿੰਦੇ ਅੰਧਕਾਰ ਸੁਖ ਕਦੇ ਨਾ ਹੋਈ ਹੈ। ਆਪਾਂ ਆਮ ਤੌਰ ਤੇ ਦੁਨੀਆ ਵਿੱਚ ਵੇਖਦੇ ਹਾਂ ਵੀ ਲੋਕ ਦੁੱਖ ਸੁੱਖ ਕਾਹਲਾ ਮੰਨਦਾ ਵੀ ਕੁਝ ਮਿਲਿਆ ਤਾਂ ਸੁਖੀ ਨੇ, ਕੁਝ ਵਿਛੜ ਗਿਆ, ਗਵਾਚ ਗਿਆ ਤਾਂ ਲੋਕ ਦੁਖੀ ਹੁੰਦੇ ਨੇ। ਪਰ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਇਹ ਹੈ ਕਿ ਲੋਕ ਜਿੰਨਾ ਚਿਰ ਸੋਝੀ ਵਾਲੇ ਨਹੀਂ ਹੋਣਗੇ, ਗਿਆਨਵਾਨ ਨਹੀਂ ਹੋਣਗੇ, ਉਹਨਾਂ ਨੂੰ ਸੱਚ ਦੀ, ਜ਼ਿੰਦਗੀ ਦੇ ਅਸਲ ਰਾਹ ਦੀ ਸੋਝੀ ਨਹੀਂ, ਉਹਨਾਂ ਚਿਰ ਦੁਖੀ ਰਹਿਣਗੇ। ਪਾਤਸ਼ਾਹ ਦਾ ਬੜਾ ਸਰਬ ਸਾਂਝਾ ਸਾਰਿਆਂ ਲਈ ਵਚਨ ਹੈ ਕਿ ਅੰਧਕਾਰ ਸੁਖ ਕਦੇ ਨਾ ਹੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਇੱਥੇ ਜੇ ਰਾਜ ਦੇ ਨਾਲ ਗੁਰੂ ਪਾਤਸ਼ਾਹ ਨੇ ਤੁਲਨਾ ਕੀਤੀ ਹੈ ਸੇਵਾ ਦੀ, ਤਾਂ ਪਾਤਸ਼ਾਹ ਨੇ ਆਖਿਆ ਸਾਫ਼ ਵੀ ਇਹ ਜਿਹਾ ਰਾਜ, ਜਿਹੜੇ ਰਾਜੇ ਨੂੰ, ਬਾਦਸ਼ਾਹ ਨੂੰ ਸੋਝੀ ਨਹੀਂ, ਸਮਝ ਨਹੀਂ, ਉਹ ਦੁਖੀ ਰਹੂ। ਨਾਲ ਇਹ ਵੀ ਹੈ ਵੀ ਜੇ ਕੋਈ ਗਰੀਬ ਵੀ ਹੈ ਪਰ ਉਹਨੂੰ ਵੀ ਸੱਚ ਦੀ ਚੰਗੀ ਤਰ੍ਹਾਂ ਜ਼ਿੰਦਗੀ ਦੀ ਸਮਝ ਨਹੀਂ ਤਾਂ ਉਹ ਵੀ ਦੁਖੀ ਹੈ। ਅੰਧਕਾਰ ਅਗਿਆਨਤਾ ਦੇ ਹਨੇਰੇ ਵਿੱਚ ਕੋਈ ਵੀ ਸੁਖੀ ਨਹੀਂ। ਅੰਧਕਾਰ ਸੁਖ ਕਦੇ ਨਾ ਹੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਦੋਨੇ ਹੀ ਲੋਕ ਰੋਂਦੇ ਨੇ, ਭਾਵੇਂ ਕੰਗਾਲ ਹੈ, ਗਰੀਬ ਹੈ, ਤੇ ਭਾਵੇਂ ਕੋਈ ਰਾਜਾ ਬਾਦਸ਼ਾਹ। ਜਿਸ ਵਿਸ਼ੇ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਸਾਨੂੰ ਸਿਖਾਉਂਦਾ ਵੀ ਜਿਹੜੀ ਅਕਾਲ ਪੁਰਖ ਦੀ, ਗੁਰੂ ਦੀ ਸੇਵਾ ਹੈ, ਉਹਦੇ ਵਿੱਚ ਇੰਨਾ ਵੱਡਾ ਸੁੱਖ ਹੈ, ਆਨੰਦ ਹੈ ਕਿ ਉਸ ਸੁੱਖ ਦੀ ਬਰਾਬਰੀ ਇੱਕ ਰਾਜਾ ਬਾਦਸ਼ਾਹ ਵੀ ਨਹੀਂ ਕਰ ਸਕਦਾ। ਆਪਾਂ ਵੇਖਿਆ ਇਤਿਹਾਸ ਅੰਦਰ ਅਜਿਹੇ ਅਨੇਕਾਂ ਸਾਡੇ ਪੁਰਖ ਮਰਜੀਵੜੇ ਹੋਏ ਨੇ ਜਿਨ੍ਹਾਂ ਦੇ ਕੋਲ ਰਾਜਿਆਂ ਵਰਗਾ, ਬਾਦਸ਼ਾਹਾਂ ਵਰਗੀਆਂ ਸਹੂਲਤਾਂ ਨਹੀਂ ਸਨ।
ਕਿੰਨੇ ਭਗਤ ਸਹਿਬਾਨ ਨੇ, ਭਗਤ ਕਬੀਰ ਜੀ ਆ, ਉਹਨਾਂ ਕੋਲ ਸੁੱਖ ਸਹੂਲਤ ਕਿੰਨੇ ਕੁ ਨੇ, ਖੱਡੀ ਬੁਣ ਕੇ ਗੁਜ਼ਾਰਾ ਕਰਦੇ ਆ। ਭਗਤ ਰਵਿਦਾਸ ਮਹਾਰਾਜ ਜੀ ਨੇ ਦੁਨਿਆਵੀ ਦੌਲਤ ਰੁਤਬਾ ਕਿੱਡਾ ਕਿ ਉਹ ਜੋੜੇ ਗੰਢ ਕੇ ਜੁੱਤੀਆਂ ਬਣਾ ਕੇ ਗੁਜ਼ਾਰਾ ਕਰਦੇ ਨੇ। ਭਗਤ ਇਸ ਤਰ੍ਹਾਂ ਹੋਰ ਵੀ ਜਿੰਨੇ ਭਗਤ ਨੇ ਸਾਰੇ ਕਿਰਤਕਾਰ ਕਰਨ ਵਾਲੇ ਆਮ ਸਧਾਰਨ ਜੀਵਨ ਜਿਉਂਦੇ ਨੇ, ਪਰ ਆਨੰਦ ਕਿੰਨਾ ਹੈ। ਉਹਨਾਂ ਨੇ ਰੂਹਾਨੀ ਆਨੰਦ ਦੇ ਵਿੱਚ ਜ਼ਿੰਦਗੀ ਆਪ ਜਿਉਈ ਅਤੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਆਨੰਦ ਦੇ ਵਿੱਚ ਰਿਹਾ ਜਾ ਸਕਦਾ। ਉਹਨਾਂ ਤੋਂ ਸੇਧ ਲੈ ਕੇ ਉਹਨਾਂ ਦੇ ਵਚਨਾਂ ਨੂੰ ਪੜ੍ਹ ਕੇ ਆਪਾਂ ਵੀ ਸਕੂਨ ਮਹਿਸੂਸ ਕਰਦੇ ਹਾਂ। ਉਹਨਾਂ ਨੇ ਖੁਦ ਕਿੰਨੇ ਆਨੰਦ ਦੇ ਵਿੱਚ ਜ਼ਿੰਦਗੀ ਜਿਉਈ। ਦੂਜੇ ਬੰਨੇ ਜਿਹੜੇ ਬਾਦਸ਼ਾਹੀ ਲੋਕ ਹੋਏ ਨੇ, ਰਾਜੇ ਮਹਾਰਾਜੇ ਹੋਏ ਹੈ, ਬਹੁਤ ਪ੍ਰਸਿੱਧ ਨਾਮ ਔਰੰਗਜ਼ੇਬ ਦਾ ਹੈ। ਔਰੰਗਜ਼ੇਬ ਨੇ ਇਸ ਵੱਡੇ ਮੁਲਕ ਦੇ ਉੱਪਰ 49 ਸਾਲ ਰਾਜ ਕੀਤਾ। 49 ਸਾਲ ਰਾਜ ਕਰਨ ਤੋਂ ਬਾਅਦ ਅਖੀਰਲੇ ਸਮੇਂ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਵੰਗਾਰਾਂ ਪਾਈਆਂ, ਉਹਨੂੰ ਆਖਿਆ ਕਿ ਤੂੰ ਅਸਲ ਦੇ ਵਿੱਚ ਜਿੱਤਿਆ ਨਹੀਂ, ਤੂੰ ਹਾਰ ਗਿਆ। ਤਾਂ ਔਰੰਗਜ਼ੇਬ ਨੂੰ ਅਖੀਰਲੇ ਵੇਲੇ ਇਹ ਅਹਿਸਾਸ ਹੋ ਗਿਆ ਸੀ ਵੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਵੀ ਖੱਟ ਕੇ ਨਹੀਂ ਲਿਜਾ ਰਿਹਾ, ਮੈਂ ਆਪਣੇ ਸਿਰ ਦੇ ਉੱਤੇ ਪਾਪਾਂ ਦਾ ਭਾਰ ਲੈ ਕੇ ਜਾ ਰਿਹਾ। ਔਰੰਗਜ਼ੇਬ ਦੇ ਇਤਿਹਾਸਕਾਰ ਦੱਸਦੇ ਨੇ ਉਹਨੇ ਅਖੀਰਲੇ ਵੇਲੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਕੋਲ ਬੁਲਾ ਕੇ ਇਹ ਆਖਿਆ ਸੀ ਵੀ ਮੈਥੋਂ ਬਹੁਤ ਗੁਨਾਹ ਹੋ ਗਏ ਨੇ। ਦੇਖੋ, ਇੱਕ ਬਹੁਤ ਵੱਡਾ ਰਾਜਾ ਹੈ, ਬਹੁਤ ਵੱਡੇ ਰਾਜ ਭਾਗ ਦਾ ਮਾਲਕ ਰਿਹਾ। 49 ਸਾਲ ਥੋੜੇ ਨਹੀਂ ਹੁੰਦੇ ਉਹਨੇ ਰਾਜ ਕੀਤਾ ਹੈ, ਪਰ ਅਖੀਰਲੇ ਵੇਲੇ ਉਹਨੇ ਆਪਣੀ ਜ਼ਿੰਦਗੀ ਦੇ ਜਿਹੜੇ ਤਜਰਬੇ ਦੱਸੇ, ਇਹ ਬਚਨ ਆਖੇ, ਉਹਨੇ ਇਹ ਬੋਲ ਆਖੇ ਨੇ। ਔਰੰਗਜ਼ੇਬ ਦੀ ਇਹ ਗੱਲ ਬੜੀ ਧਿਆਨ ਦੇਣ ਯੋਗ ਹੁੰਦੀ ਹੈ। ਜਿਹੜੇ ਲੋਕਾਂ ਨੂੰ ਅੱਜ ਵੀ ਲੱਗਦਾ ਵੀ ਪਦਾਰਥਾਂ ਵਿੱਚ, ਰਾਜ ਭਾਗ ਦੇ ਵਿੱਚ ਜਾਂ ਐਸ਼ ਪ੍ਰਸਤੀ ਦੇ ਵਿੱਚ ਸੁੱਖ ਹੈ, ਔਰੰਗਜ਼ੇਬ ਦੇ ਗੱਲਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਔਰੰਗਜ਼ੇਬ ਨੇ ਆਪਣੇ ਵਜ਼ੀਰਾਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕੋਲ ਸੱਦ ਕੇ ਐਲਾਨੀਆਂ ਤੌਰ ਤੇ ਇਹ ਬਚਨ ਆਖੇ ਸਨ ਵੀ ਅੱਲਾ ਨੇ, ਰੱਬ ਨੇ ਜਿਹੜੇ ਬੰਦੇ ਤੋਂ ਬਦਲੇ ਲੈਣੇ ਹੋਣ ਉਹਨੂੰ ਉਹ ਬਾਦਸ਼ਾਹ ਬਣਾਉਂਦਾ ਹੈ, ਉਹਨੂੰ ਰਾਜ ਭਾਗ ਬਖਸ਼ ਦਿੰਦਾ ਹੈ। ਤੇ ਰਾਜ ਭਾਗ ਦੇ ਨਸ਼ੇ ਦੇ ਵਿੱਚ ਬੰਦਾ ਗਲਤ ਕਰਮ ਕਰਦਾ, ਪਾਪ ਕਰਦਾ, ਫਿਰ ਉਹ ਸਜ਼ਾ ਭੁਗਤਦਾ, ਕਲਪਦਾ ਹੈ। ਔਰੰਗਜ਼ੇਬ ਨੇ ਇਹ ਵੀ ਕਿਹਾ ਸੀ ਕਿ ਮੇਰੀ ਜਿੱਥੇ ਮੈਨੂੰ ਦਫਨਾਓ, ਮੇਰੀ ਕਬਰ ਦੇ ਨੇੜੇ ਬੂਟਾ ਨਹੀਂ ਲਾਉਣਾ, ਦਰਖਤ ਨਹੀਂ ਲਾਉਣਾ, ਕਿਉਂਕਿ ਮੇਰੇ ਵਰਗੇ ਪਾਪੀ ਬੰਦੇ ਨੂੰ ਕਿਸੇ ਸੁੱਖ ਦੀ ਆਸ ਨਹੀਂ ਰੱਖਣੀ ਚਾਹੀਦੀ। ਪਾਤਸ਼ਾਹ ਨੇ ਬਾਣੀ ਵਿੱਚ ਵਚਨ ਆਖੇ ਨੇ, ਜਿਹੜਾ ਅਕਾਲ ਪੁਰਖ ਤੋਂ, ਵਾਹਿਗੁਰੂ ਤੋਂ ਟੁੱਟ ਕੇ ਅਸੀਂ ਸੁੱਖਾਂ ਦੀ ਇੱਛਾ ਕਰਦੇ ਆ, ਤਮੰਨਾ ਕਰਦੇ ਆ, ਉਹ ਇਵੇਂ ਦੇ ਹੈ। ਸਾਹਿਬ ਕਹਿੰਦੇ ਦੁਨੀਆ ਦੇ ਕਿਸੇ ਛੋਟੇ ਮੋਟੇ ਰਾਜ ਭਾਗ ਦੀ ਗੱਲ ਛੱਡੋ, ਕੋਈ ਬੰਦਾ ਜਿਵੇਂ ਕਿਵੇਂ ਸਾਰੀ ਕੁੱਲ ਦੁਨੀਆ ਦਾ ਅਸੀਂ ਅੱਜ 7 ਵੱਡੇ ਮਹਾਂਦੀਪ ਮੰਨਦੇ ਹਾਂ, ਧਰਤੀ ਦੇ 7 ਵੱਡੇ ਟੁਕੜੇ ਆ। ਪੁਰਾਣੇ ਸਮੇਂ ਦੇ ਵਿੱਚ 9 ਖੰਡ ਮੰਨੇ ਜਾਂਦੇ ਸੀ ਵੀ ਧਰਤੀ ਦੇ ਜਿਹੜੇ 9 ਟੁਕੜੇ ਆ ਵੱਡੇ, ਜਿਨ੍ਹਾਂ ਨੂੰ ਦਵੀਪ ਕਹਿੰਦੇ ਨੇ, ਜਿਵੇਂ ਏਸ਼ੀਆ ਆਪਣਾ। ਸਾਹਿਬ ਕਹਿੰਦੇ ਕੋਈ ਬੰਦਾ 9 ਦੇ 9 ਖੰਡਾਂ ਉੱਤੇ ਰਾਜ ਕਰ ਲਵੇ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਸੋ ਸਾਡੇ ਸਾਹਮਣੇ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅਨੁਸਾਰ ਇਹ ਬਚਨ ਆਖਿਆ ਵੀ ਭਾਈ ਰਾਹ 2 ਹੈ। ਇੱਕ ਹੈ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ, ਕੁੱਲ ਕਾਇਨਾਤ ਨੂੰ ਰੱਬ ਦੇ ਜੀ ਜਾਣ ਕੇ, ਕਿ ਸਾਰੇ ਜਿੰਨੇ ਸਾਡੇ ਸਾਹਮਣੇ ਜੀ ਜੰਤ ਨੇ, ਮਨੁੱਖ ਹੈ, ਪਸ਼ੂ ਪੰਛੀ ਹੈ, ਫੁੱਲ ਬੂਟੇ ਹੈ, ਕੁਦਰਤ ਹੈ, ਇਹਨੂੰ ਅਕਾਲ ਪੁਰਖ ਦੀ ਰਚਨਾ ਜਾਣ ਕੇ ਇਹਦਾ ਸਤਿਕਾਰ ਕਰਨਾ, ਇਹਦੀ ਸੰਭਾਲ ਕਰਨੀ, ਇਹਦੀ ਸੇਵਾ ਕਰਨੀ। ਇੱਕ ਰਾਹ ਇਹ ਹੈ। ਜਿਹੜੇ ਲੋਕ ਇਸ ਤਰ੍ਹਾਂ ਕਰਦੇ ਹੈ ਉਹ ਸੁਖੀ ਰਹਿੰਦੇ ਨੇ। ਗੁਰੂ ਪਾਤਸ਼ਾਹ ਨੇ ਆਪਾਂ ਨੂੰ ਆਖਿਆ ਨਾ ਵੀ ਜਿਹੜੀ ਇਹ ਸਾਡੇ ਸਾਹਮਣੇ ਖਲਕਤ ਹੈ, ਦੁਨੀਆ ਹੈ, ਇਹਨੂੰ ਅਕਾਲ ਪੁਰਖ ਦਾ ਰੂਪ ਜਾਣਨਾ ਹੈ। ਖਾਲਕ ਖਾਲਕ ਖਲਕ ਮੈਂ ਖਾਲਕ। ਗੁਰੂ ਪਾਤਸ਼ਾਹ ਨੇ ਇਹ ਵਚਨ ਆਖੇ ਨੇ ਨਾ ਵੀ ਇਹ ਜਿਹੜਾ ਅਕਾਲ ਪੁਰਖ ਦੁਨੀਆ ਵਿੱਚ ਵਸਦਾ ਹੈ ਤੇ ਦੁਨੀਆ ਅਕਾਲ ਪੁਰਖ ਦੇ ਵਿੱਚ ਵਸ ਰਹੀ ਹੈ। ਅਕਾਲ ਪੁਰਖ ਦਾ ਵੱਡਾ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਤਸੱਬਰ ਰੱਖਿਆ ਵੀ ਉਹਦੀ ਬਹੁਤ ਵੱਡੀ ਵਡਿਆਈ ਹੈ। ਉਸੇ ਦੀ ਵਡਿਆਈ ਨੂੰ, ਉਸੇ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਇਸ ਦੁਨੀਆ ਦੀ ਸਭਨਾਂ ਦੀ ਸੇਵਾ ਕਰਨੀ ਹੈ। ਜਿੱਥੇ ਮਾਤਾ ਪਿਤਾ ਦੀ,
ਹੋਰ ਲੋਕਾਂ ਦੀ, ਸੰਗਤਾਂ ਦੀ, ਸਭਨਾਂ ਦੀ ਸੇਵਾ ਕਿਉਂ ਕਰਨੀ ਹੈ? ਕਿਉਂਕਿ ਸਾਰੇ ਅਕਾਲ ਪੁਰਖ ਦੀ ਪੈਦਾਇਸ਼ ਨੇ। ਸਭਨਾ ਕਾ ਮਾਂ ਪਿਓ ਆਪ ਹੈ। ਸਾਰੇ ਜੀ ਜਨਤਾ ਦਾ ਮਾਂ ਪਿਓ ਅਕਾਲ ਪੁਰਖ ਹੈ। ਅਸੀਂ ਸਭਨਾਂ ਦੇ ਨਾਲ ਭਾਈਚਾਰਾ ਸਾਂਝ ਰੱਖਣੀ ਹੈ, ਸਭਨਾਂ ਦੀ ਸੇਵਾ ਕਰਨੀ ਹੈ। ਸਭਨਾਂ ਦੀ ਸੇਵਾ ਕਿਉਂ ਕਰਨੀ ਹੈ? ਕਿ ਸਾਰਿਆਂ ਵਿੱਚ ਅਕਾਲ ਪੁਰਖ ਵਸਿਆ ਹੋਇਆ। ਸਾਨੂੰ ਗੁਰੂ ਪਾਤਸ਼ਾਹ ਦੇ ਵਚਨ ਨਹੀਂ ਭੁੱਲਣੇ ਚਾਹੀਦੇ ਕਿ ਐ ਰੱਬਾ, ਅਸੀਂ ਸੁਣਿਆ ਗੁਰੂ ਪਾਤਸ਼ਾਹ ਤੋਂ ਕਿ ਘਟ ਘਟ ਮੈਂ ਹਰ ਜੂ ਵਸੈ। ਘਟ ਦਾ ਅਰਥ ਹੁੰਦਾ ਹਿਰਦਾ ਘਟ ਜਾਂ ਸਰੀਰ ਘਟ ਕਹੀਏ। ਇਹ ਸਭਨਾਂ ਤਨਾਂ ਦੇ ਵਿੱਚ, ਸਭਨਾਂ ਸਰੀਰਾਂ ਦੇ ਵਿੱਚ ਅਕਾਲ ਪੁਰਖ ਵਸਦਾ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਗੁਰੂ ਦੀ ਬਾਣੀ ਸਾਨੂੰ ਪੁਕਾਰ ਕੇ ਕਹਿੰਦੀ ਹੈ। ਫਿਰ ਸਾਨੂੰ ਸਭਨਾਂ ਦੇ ਭਲੇ ਵਾਸਤੇ ਕਰਮ ਕਰਨੇ ਚਾਹੀਦੇ ਨੇ। ਦੁਨੀਆ ਵਿੱਚ ਕਈ ਮਤ ਮਤੰਤਰ ਪ੍ਰਚਲਿਤ ਨੇ। ਅਸੀਂ ਜਿਹਨੂੰ ਸਿੱਖ ਪੰਥ ਕਹਿਣੇ ਆ, ਗੁਰਮਤ ਕਹਿਣੇ ਆ, ਇਹਦਾ ਆਮ ਲੋਕਾਂ ਦੂਜੇ ਮਤਾਂ ਦੇ ਨਾਲੋਂ ਵੱਡਾ ਅੰਤਰਾ ਇਹ ਹੈ ਵੀ ਇਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਸਿੱਖਾਂ ਵਿੱਚ ਮੰਨਿਆ ਜਾਂਦਾ ਹੈ ਕਿ ਜਿੰਨਾ ਚਿਰ ਅਸੀਂ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਵਾਲਾ ਬਚਨ ਨਹੀਂ ਪੜ੍ਹਦੇ, ਸਾਡੀ ਅਰਦਾਸ ਅਧੂਰੀ ਹੈ। ਅਸੀਂ ਸਭਨਾਂ ਦਾ ਭਲਾ ਕਿਉਂ ਚਾਹੁੰਦੇ ਹਾਂ? ਕਿਉਂਕਿ ਸਾਰੇ ਜਿੰਨੀ ਵੀ ਕਾਇਨਾਤ ਹੈ ਉਹ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਹੈ। ਸਾਨੂੰ ਹੁਕਮ ਹੈ ਵਿੱਚ ਦੁਨੀਆ ਸੇਬ ਕਮਾਈ ਹੈ, ਤਾਂ ਦਰਗਹਿ ਵੈਸਣ ਪਾਈ ਹੈ। ਜੇ ਦੁਨੀਆ ਦੇ ਵਿੱਚ ਅਸੀਂ ਸੇਵਾ ਕਰਦੇ ਹਾਂ, ਪਰਉਪਕਾਰ ਦੇ, ਭਲੇ ਦੇ ਕਰਮ ਕਰਦੇ ਹਾਂ। ਭਲੇ ਦੇ ਕਰਮ ਅਨੇਕਾਂ ਨੇ। ਕੋਈ ਛਾਂ ਕਰਨ ਦੇ ਲਈ ਰੁੱਖ ਲਾ ਸਕਦਾ ਹੈ। ਕੋਈ ਬੰਦਾ ਆਪਣੀ ਜ਼ੁਬਾਨ ਤੋਂ ਇੰਨੇ ਠੰਡੇ ਮਿੱਠੇ ਬੋਲ ਬੋਲਦਾ ਵੀ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ। ਕੋਈ ਬੰਦਾ ਗਰਮੀਆਂ ਦੇ ਵਿੱਚ ਪਾਣੀ ਪੀਣ ਦਾ ਪ੍ਰਬੰਧ ਕਰਦਾ ਹੈ। ਕੋਈ ਬੰਦਾ ਕਹਿੰਦਾ ਵੀ ਸਾਡੇ ਰਾਹ ਖਰਾਬ ਹੈ, ਇੱਥੋਂ ਰਾਹਗੀਰਾਂ ਨੇ, ਮੁਸਾਫਰਾਂ ਨੇ ਲੰਘਣਾ, ਆਪਾਂ ਰਾਹ ਠੀਕ ਕਰ ਦਈਏ ਤਾਂ ਕਿ ਲੋਕਾਂ ਨੂੰ, ਹੋਰਾਂ ਨੂੰ ਪਰੇਸ਼ਾਨੀ ਨਾ ਹੋਵੇ। ਮੈਂ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਬਿਲਕੁਲ ਛੋਟੇ ਜਿਹੇ, ਉਹਦਾ ਮੈਸੇਜ ਬਹੁਤ ਵੱਡਾ ਹੈ ਪਰ ਥੋੜੇ ਜਿਹੇ ਸਮੇਂ ਦੇ ਵਿੱਚ ਇੱਕ ਸਾਖੀ ਕਹਿਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਹਯਾਤੀ ਦੇ ਅਖੀਰਲੇ ਸਮੇਂ ਜਦੋਂ ਉਹਨਾਂ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ, ਉਹ ਤੋਂ ਬਾਅਦ ਉਹ ਥੋੜੇ ਜਿੱਥੇ ਸੰਗਤ ਦਾ ਇਕੱਠ ਹੁੰਦਾ, ਉਹਨਾਂ ਥਾਵਾਂ ਤੇ ਜਾ ਕੇ ਉਪਦੇਸ਼ ਦਿੰਦੇ ਧਰਮ ਦਾ। ਮੁਲਤਾਨ ਆਪ ਜੀ ਨੇ ਨਗਰ ਸੁਣਿਆ ਹੁਣ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਉੱਥੇ ਗੁਰੂ ਪਾਤਸ਼ਾਹ ਗਏ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਬੜਾ ਸੋਹਣਾ, ਆਪਾਂ ਨੂੰ ਗੱਲ ਸਿੱਖਿਆ ਦਿੰਦੀ ਹੈ ਸਾਰਿਆਂ ਨੂੰ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਮੁਲਤਾਨ ਦੀ ਧਰਤੀ ਤੇ ਗਏ ਤਾਂ ਅੱਗੋਂ ਜਿਹੜੇ ਲੋਕ ਮੁਲਤਾਨ ਵਿਖੇ ਪਹਿਲਾਂ ਹੀ ਇਕੱਤਰ ਸਨ, ਮੰਨ ਲਓ ਉੱਥੇ ਸਾਧੂ ਸੰਤ ਸੀਗੇ, ਉੱਥੇ ਉਪਦੇਸ਼ ਦੇ ਰਹੇ ਸੀਗੇ, ਆਪਣਾ ਲੋਕਾਂ ਦੇ ਵਿੱਚ ਦਬਦਬਾ, ਉਹਨਾਂ ਨੇ ਆਪਣੀ ਇੱਜ਼ਤ, ਆਪਣੀ ਰਿਸਪੈਕਟ ਬਣਾਈ ਹੋਈ ਸੀ। ਉਹਨਾਂ ਨੂੰ ਲੱਗਿਆ ਕਿ ਜਿਹੜਾ ਗੁਰੂ ਨਾਨਕ ਹੈ ਉਹ ਬਹੁਤ ਵੱਡਾ ਪੁਰਖ ਹੈ। ਜਦੋਂ ਉਹ ਇੱਥੇ ਆ ਜਾਵੇਗਾ, ਸਮਝੇ ਵੀ ਮੁਲਤਾਨ ਦੀ ਧਰਤੀ ਤੇ ਪਹਿਲਾਂ ਹੀ ਕੁਝ ਲੋਕ ਕਾਬਜ ਨੇ। ਉਹਨਾਂ ਨੂੰ ਲੱਗਿਆ ਕਿ ਜਦੋਂ ਗੁਰੂ ਨਾਨਕ ਇੱਥੇ ਆ ਗਏ ਤਾਂ ਉਹਨਾਂ ਦੇ ਹੁੰਦਿਆਂ ਸਾਡੀ ਤਾਂ ਕਿਸੇ ਨੇ ਬਾਤ ਨਹੀਂ ਪੁੱਛਣੀ। ਸਾਡੀ ਤਾਂ ਜਿਹੜੀ ਸਾਡੀ ਮੰਨ ਲਓ ਅਦਬ ਸਤਿਕਾਰ ਬਣਿਆ ਹੋਇਆ, ਜਿਹੜਾ ਸਾਡਾ ਮਾਣ ਬਣਿਆ ਹੋਇਆ, ਲੋਕਾਂ ਨੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਇਸ ਕਰਕੇ ਉਹ ਇੱਕ ਬਹੁਤ ਵੱਡਾ ਸੰਕੇਤ ਦੇਣ ਲਈ ਉਹਨਾਂ ਨੇ ਕੀ ਕੀਤਾ, ਇੱਕ ਕੋਈ ਭਾਂਡਾ, ਇੱਕ ਕਟੋਰਾ ਦੁੱਧ ਦਾ ਭਰ ਕੇ ਗੁਰੂ ਪਾਤਸ਼ਾਹ ਨੂੰ ਸਾਹਮਣੇ ਪੇਸ਼ ਕੀਤਾ। ਬਿਲਕੁਲ ਦੁੱਧ ਦਾ ਭਾਂਡਾ ਤਾਂ ਤੱਕ ਭਰਿਆ ਹੋਇਆ ਗੁਰੂ ਸਾਹਿਬ ਦੇ ਸਾਹਮਣੇ ਲੈ ਕੇ ਆਏ। ਸਤਿਗੁਰਾਂ ਨੇ ਦੁੱਧ ਪੀਤਾ ਨਾ, ਸਗੋਂ ਉਹਦੇ ਉੱਤੇ ਇੱਕ ਚੰਬੇਲੀ ਦਾ ਫੁੱਲ ਰੱਖ ਕੇ ਵਾਪਸ ਮੋੜ ਦਿੱਤਾ। ਨਾਲ ਦੇ ਸਿੱਖਾਂ ਸੇਵਕਾਂ ਪੁੱਛਿਆ, ਸਤਿਗੁਰੂ ਇਹ ਸੇਵਕ ਦੁੱਧ ਲੈ ਕੇ ਆਏ ਸੀ, ਤੁਸੀਂ ਪ੍ਰਵਾਨ ਕਿਉਂ ਨਹੀਂ ਕੀਤਾ? ਤੁਸੀਂ ਛਕ ਲੈਂਦੇ। ਸਾਹਿਬ ਕਹਿੰਦੇ ਨਹੀਂ ਭਾਈ, ਇਹ ਦੁੱਧ ਪਿਆਉਣ ਵਾਸਤੇ ਨਹੀਂ ਲੈ ਕੇ ਆਏ ਸੀ, ਇਹ ਤਾਂ ਮੈਨੂੰ ਇੱਕ ਸੁਨੇਹਾ ਦੇਣ ਆਏ ਸਨ ਕਿ ਬਾਬਾ ਜਿਸ ਤਰ੍ਹਾਂ ਇਸ ਭਾਂਡੇ ਦੇ ਵਿੱਚ ਦੁੱਧ ਨਹੀਂ ਪੈ ਸਕਦਾ, ਇਹ ਤਾਂ ਤੱਕ ਭਰਿਆ ਹੋਇਆ, ਨੱਕੋ ਨੱਕ ਭਰਿਆ ਹੋਇਆ ਹੈ, ਇਸ ਤਰ੍ਹਾਂ ਤੇਰੇ ਲਈ ਵੀ ਇੱਥੇ ਜਗ੍ਹਾ ਕੋਈ ਨਹੀਂ, ਥਾਂ ਕੋਈ ਨਹੀਂ, ਤੂੰ ਇੱਥੋਂ ਚਲਿਆ ਜਾ। ਆ ਵੇਖ, ਜਿਵੇਂ ਇਸ ਭਾਂਡੇ ਵਿੱਚ ਦੁੱਧ ਨਹੀਂ ਪੈ ਸਕਦਾ, ਉਸ ਤਰ੍ਹਾਂ ਮੁਲਤਾਨ ਸ਼ਹਿਰ ਦੇ ਇਸ ਧਰਮ ਦੇ ਸਥਾਨ ਤੇ ਤੇਰੇ ਲਈ ਥਾਂ ਕੋਈ ਨਹੀਂ, ਤੂੰ ਇੱਥੋਂ ਚਲਿਆ ਜਾ। ਜਿਸ ਤਰ੍ਹਾਂ ਇਸ ਭਾਂਡੇ ਵਿੱਚ ਹੋਰ ਦੁੱਧ ਨੂੰ ਥਾਂ ਨਹੀਂ।
ਤੇ ਸਿੱਖਾਂ ਪੁੱਛਿਆ ਜੀ ਤੁਸੀਂ ਕੀ ਕੀਤਾ? ਸਾਹਿਬ ਕਹਿੰਦੇ ਆਪਾਂ ਇੱਕ ਫੁੱਲ ਦੁੱਧ ਦੇ ਉੱਪਰ ਰੱਖਿਆ ਜਿਹੜਾ ਉਹਨਾਂ ਨੂੰ ਵਾਪਸ ਸੁਨੇਹਾ ਦੇਵੇਗਾ ਕਿ ਭਲਿਓ, ਜਿਸ ਤਰ੍ਹਾਂ ਇਸ ਭਾਂਡੇ ਦੇ ਵਿੱਚ ਪਏ ਦੁੱਧ ਦੇ ਉੱਪਰ ਇਸ ਚੰਬੇਲੀ ਦੇ ਫੁੱਲ ਨੇ ਦੁੱਧ ਦਾ ਕੋਈ ਨੁਕਸਾਨ ਨਹੀਂ ਕੀਤਾ, ਨਾ ਹੀ ਇਹਦੇ ਨਾਲ ਦੁੱਧ ਖਰਾਬ ਹੋਇਆ, ਨਾ ਬਾਹਰ ਡੁੱਲਿਆ, ਇਹਦੇ ਵਿੱਚ ਦੁੱਧ ਦੇ ਵਿੱਚ ਫੁੱਲ ਸਮਾ ਗਿਆ, ਉਸ ਤਰ੍ਹਾਂ ਮੇਰੇ ਇੱਥੇ ਆਉਣ ਦੇ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਗੁਰੂ ਪਾਤਸ਼ਾਹ ਨੇ ਇਹ ਕਿਹਾ ਤੇ ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਦਰਜ ਕੀਤਾ ਹੋਇਆ ਹੈ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਜਿਵੇਂ ਦਰਿਆ ਹੁੰਦਾ ਹੈ, ਸਮੁੰਦਰ ਹੈ ਬਹੁਤ ਵੱਡਾ, ਉਹਦੇ ਵਿੱਚ ਅਨੇਕਾਂ ਨਦੀਆਂ ਨਾਲੇ ਜਾ ਕੇ ਸਮਾ ਜਾਂਦੇ ਨੇ। ਦਰਿਆ ਨੂੰ, ਸਮੁੰਦਰ ਨੂੰ ਔਖਾ ਨਹੀਂ ਹੋਣਾ ਪੈਂਦਾ ਵੀ ਮੇਰੇ ਵਿੱਚ ਇੰਨਾ ਪਾਣੀ ਆ ਰਿਹਾ ਹੈ। ਸਾਹਿਬ ਕਹਿੰਦੇ ਭਾਈ ਭਲੇ ਲੋਕੋ, ਇਸ ਥਾਂ ਤੇ ਅਸੀਂ ਇਵੇਂ ਤੁਹਾਡੇ ਵਿੱਚ ਰਚ ਜਾਵਾਂਗੇ, ਸਮਾ ਜਾਵਾਂਗੇ, ਜਿਵੇਂ ਸਮੁੰਦਰ ਦੇ ਵਿੱਚ ਗੰਗ ਨਦੀ ਸਮਾ ਜਾਂਦੀ ਹੈ। ਸੋ ਇਹ ਸਾਨੂੰ ਬਹੁਤ ਵੱਡਾ, ਮੈਨੂੰ ਲੱਗਦਾ ਵੀ ਉਪਦੇਸ਼ ਹੈ ਗੁਰੂ ਪਾਤਸ਼ਾਹ ਦਾ, ਕਿ ਸਾਨੂੰ ਜ਼ਿੰਦਗੀ ਇਵੇਂ ਜਿਉਣੀ ਚਾਹੀਦੀ ਹੈ। ਹਮੇਸ਼ਾ ਹੀ ਸੋਚਣਾ ਚਾਹੀਦਾ ਹੈ ਕਿ ਸਾਡੇ ਕਰਕੇ, ਮੇਰੇ ਕਰਕੇ ਕਿਸੇ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋ ਰਹੀ, ਮੇਰੇ ਬੋਲਣ ਕਰਕੇ, ਮੇਰੇ ਉੱਠਣ ਬੈਠਣ ਤੁਰਨ ਫਿਰਨ ਕਰਕੇ, ਮੇਰੀ ਕਿਸੇ ਹਰਕਤ ਕਰਕੇ, ਮੇਰੀ ਕਿਸੇ ਸਰਗਰਮੀ ਕਰਕੇ। ਆਪਾਂ ਵੇਖਦੇ ਨੇ ਕਈ ਵਾਰ ਆਪਾਂ ਬੱਸ ਵਿੱਚ ਬੈਠੇ ਹੁੰਦੇ ਆ, ਇੱਕ ਬੰਦੇ ਨੂੰ ਫੋਨ ਆਉਂਦਾ, ਉੱਚੀ ਉੱਚੀ ਗੱਲਾਂ ਕਰਨ ਲੱਗ ਜਾਂਦਾ, ਦੂਜਿਆਂ ਦਾ ਕੀ ਕਸੂਰ ਹੈ? ਕਿਸੇ ਦੇ ਵਿਆਹ ਹੁੰਦਾ ਹੈ, ਕਿੰਨੀ ਉੱਚੀ ਉੱਚੀ ਜ਼ਿਆਦੇ ਉਹ ਆਵਾਜ਼ ਦੇ ਉੱਤੇ ਗੀਤ ਗਾਉਂਦੇ ਨੇ, ਦੂਜੇ ਵਿਚਾਰੇ ਲੋਕ ਜਿਹੜੇ ਸੌਣਾ ਚਾਹੁੰਦੇ ਨੇ, ਕੋਈ ਪੜ੍ਹਨਾ ਚਾਹੁੰਦੇ ਆ, ਉਹਨਾਂ ਦਾ ਕੀ ਕਸੂਰ ਹੈ? ਕਈ ਵਾਰ ਲੋੜ ਆਪਾਂ ਨੂੰ ਹੁੰਦੀ ਹੈ, ਮੰਨ ਲਓ ਮੈਂ ਕਿਸੇ ਸਾਧਨ ਤੇ ਗਿਆ ਹੈ, ਆਪਾਂ ਨੂੰ ਉੱਥੇ ਸਾਧਨ ਖੜਾ ਕਰਨ ਦੀ ਲੋੜ ਹੈ, ਜਿਹੜੇ ਹੋਰ ਲੰਘਣ ਵਾਲੇ ਆ ਉਹਨਾਂ ਦਾ ਕੀ ਕਸੂਰ ਆ? ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਆਪਾਂ ਨੇ ਖੇਡਣਾ ਹੁੰਦਾ, ਬੱਚੇ ਖੇਡਦੇ ਆ, ਜੇ ਸਾਡੇ ਖੇਡਣ ਕਰਕੇ ਦੂਜੇ ਲੋਕਾਂ ਨੂੰ ਸੱਚ ਕਰਕੇ ਹੀ ਦੁੱਖ ਹੋ ਰਿਹਾ, ਪਰੇਸ਼ਾਨੀ ਹੋ ਰਹੀ ਹੈ, ਫਿਰ ਆਪਾਂ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਕਿਉਂਕਿ ਗੁਰੂ ਪਾਤਸ਼ਾਹ ਨੇ ਸਾਨੂੰ ਆਖਿਆ, ਇੱਕ ਫਿੱਕਾ ਨਾ ਗਲਾਏ, ਕਿਸੇ ਇੱਕ ਬੰਦੇ ਨੂੰ ਵੀ ਫਿੱਕਾ ਨਾ ਬੋਲ। ਕਿਉਂ? ਸਭਨਾ ਮੈਂ ਸੱਚਾ ਧਾਨੀ, ਸਾਰਿਆਂ ਵਿੱਚ ਅਕਾਲ ਪੁਰਖ ਸੱਚਾ ਵਸਦਾ ਹੈ। ਬਹੁਤ ਧਿਆਨ ਦੇਣ ਜੋ ਗੱਲ ਹੈ ਵੀ ਸਾਨੂੰ ਗੁਰੂ ਪਾਤਸ਼ਾਹ ਨੇ, ਅਕਾਲ ਪੁਰਖ ਨੇ ਹੁਕਮ ਕੀਤਾ ਹੈ ਕਿ ਇਵੇਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਵੀ ਸਾਡੇ ਕਰਕੇ, ਸਾਡੇ ਬੋਲਣ ਕਰਕੇ, ਸਾਡੇ ਤੁਰਨ ਫਿਰਨ ਕਰਕੇ, ਸਾਡੀ ਕਿਸੇ ਵੀ ਗੱਲ ਕਰਕੇ ਕਿਸੇ ਦੂਜੇ ਨੂੰ ਬੇਵਜ੍ਹਾ ਪਰੇਸ਼ਾਨੀ ਨਾ ਹੋਵੇ। ਹਾਂ, ਅਸੀਂ ਧਰਮ ਦੇ ਰਾਹ ਤੇ ਠੀਕ ਚੱਲਦੇ ਹਾਂ। ਮੰਨ ਲਓ ਆਪਾਂ ਕਿਸੇ ਵਹਿਮਾਂ ਭਰਮਾਂ ਵਿੱਚ ਪਏ ਹੋਏ ਬੰਦੇ ਨੂੰ ਧਰਮ ਦੀ ਗੱਲ ਕਹਿ ਦਿੱਤੀ, ਜੇ ਉਹ ਗੁੱਸਾ ਕਰੇ ਪਰ ਆਪਣੀ ਭਾਵਨਾ ਠੀਕ ਹੈ, ਫਿਰ ਤਾਂ ਇਸ ਤਰ੍ਹਾਂ ਕੁਝ ਗੱਲ ਬਰਦਾਸ਼ਤ ਕੀਤੀ ਜਾ ਸਕਦੀ ਹੈ। ਵਰਨਾ ਆਮ ਸਧਾਰਨ ਜ਼ਿੰਦਗੀ ਦੇ ਵਿੱਚ ਸਾਨੂੰ ਸਭਨਾਂ ਨੂੰ ਇਵੇਂ ਦਾ ਰਹਿਣਾ ਚਾਹੀਦਾ ਹੈ। ਇਹ ਗੱਲ ਕੱਲੀ ਗੁਰਮਤਿ ਨਹੀਂ, ਮਹਾਤਮਾ ਬੁੱਧ ਹੋਏ ਨੇ, ਉਹਨਾਂ ਨੇ ਜਿਹੜਾ ਧਰਮ ਦਾ ਉਪਦੇਸ਼ ਦਿੱਤਾ, ਧੰਮਪਦ ਗ੍ਰੰਥ ਅੰਦਰ ਮੈਂ ਪੜ੍ਹਿਆ, ਉੱਥੇ ਵੀ ਬਚਨ ਉਹਨਾਂ ਨੇ ਵੀ ਆਪਣੇ ਸਿੱਖਾਂ ਨੂੰ ਇਹ ਬਚਨ ਆਖੇ ਨੇ, ਹਦਾਇਤ ਕੀਤੀ ਹੈ ਕਿ ਜਿਸ ਤਰ੍ਹਾਂ ਭੌਰਾ ਹੁੰਦਾ ਹੈ, ਜਿਹਨੇ ਫੁੱਲਾਂ ਦੇ ਵਿੱਚੋਂ ਮਕਰੰਦ ਰਸ ਖੁਸ਼ਬੂ ਮਾਨਣੀ ਹੈ, ਉਹ ਫੁੱਲਾਂ ਨੂੰ ਵਿਰਾਨ ਨਹੀਂ ਕਰਦਾ, ਖਰਾਬ ਨਹੀਂ ਕਰਦਾ, ਉਹਨਾਂ ਤੋਂ ਰਸ ਲੈਂਦਾ, ਉੱਡ ਜਾਂਦਾ, ਕਿਸੇ ਫੁੱਲ ਨੂੰ ਵਿਗਾੜਦਾ ਨਹੀਂ। ਜਥਾ ਭੇ ਭਮਰੋ ਬਣ ਗੰਧ ਮਹੇਠਿਆਂ, ਇਹੋ ਜਿਹੇ ਕੁਝ ਉਹਨਾਂ ਦੇ ਵਚਨ ਨੇ ਪਾਲੀ ਭਾਸ਼ਾ ਦੇ ਵਿੱਚ। ਉਹਨਾਂ ਆਖਿਆ ਵੀ ਇਸ ਤਰ੍ਹਾਂ ਜਿਵੇਂ ਭੌਰਾ ਫੁੱਲਾਂ ਦਾ ਬਿਨਾਂ ਨੁਕਸਾਨ ਕੀਤੇ ਆਨੰਦ ਨਾਲ ਰਹਿੰਦਾ, ਉਵੇਂ ਤਿਉਂ ਮੋਨੀ ਗਾਮੇ ਚਰੇ, ਮੋਨੀ ਉਹਨਾਂ ਦੇ ਬੋਧ ਭਿਕਸ਼ੂ, ਇਸ ਤਰ੍ਹਾਂ ਕਹਿੰਦੇ ਜਿਹੜੇ ਮੋਨੀ ਨੇ ਉਹ ਦੁਨੀਆ ਦੇ ਵਿੱਚ ਵਿਚਰਨ। ਸੋ ਆਪਾਂ ਨੂੰ ਵੀ ਇਸ ਤਰ੍ਹਾਂ ਦਾ ਉਪਦੇਸ਼ ਹੈ। ਜਿਹੜੀ ਰੱਬ ਦੀ ਸੇਵਾ ਕੀ ਹੈ? ਰੱਬ ਦਾ ਕੋਈ ਵਜੂਦ ਨਹੀਂ। ਮਾਪਿਆਂ ਦੀ ਸੇਵਾ ਅਸੀਂ ਕਵਾਂਗੇ ਵੀ ਆਪਾਂ ਉਹਨਾਂ ਦੇ ਪੈਰੀ ਹੱਥ ਲਾਈਏ, ਉਹਨਾਂ ਨੂੰ ਨਹਾਉਣ ਧੋਣ ਦੀ ਸਹੂਲਤ ਦਈਏ, ਉਹਨਾਂ ਨੂੰ ਪ੍ਰਸ਼ਾਦਾ ਬਣਾ ਕੇ ਦਈਏ, ਇਹ ਮਾਪਿਆਂ ਦੀ ਸੇਵਾ ਐਵੇਂ ਹੋ ਜਾਂਦੀ ਹੈ। ਪਰ ਰੱਬ ਦੀ ਸੇਵਾ ਅਸੀਂ ਕਿਵੇਂ ਕਰ ਸਕਦੇ ਹਾਂ? ਜਿਹਦਾ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ, ਉਹਦਾ ਕੋਈ ਰੰਗ ਰੂਪ ਹੀ ਨਹੀਂ, ਉਹਦਾ ਉਸ ਤਰ੍ਹਾਂ ਸਾਡੇ ਸਾਹਮਣੇ ਦਿਸਣ ਵਾਲਾ ਕੋਈ ਵਜੂਦ ਹੀ ਨਹੀਂ। ਗੁਰਮਤਿ ਨੇ ਸਾਨੂੰ ਸਮਝਾਇਆ ਵੀ ਅਕਾਲ ਪੁਰਖ ਦੀ ਜਿਹੜੀ ਸੇਵਾ ਉਹ ਇਵੇਂ ਕੀਤੀ ਜਾ ਸਕਦੀ ਹੈ।
ਸਭਨਾਂ ਜੀਆਂ ਨੂੰ ਰੱਬ ਦੀ ਜੋਤ ਸਭਨਾਂ ਦੇ ਵਿੱਚ ਜਾਣ ਕੇ ਸਭਨਾਂ ਦੇ ਨਾਲ ਭਾਈਚਾਰਕ ਸਾਂਝ ਰੱਖਣੀ। ਭਾਈਚਾਰਕ ਸਾਂਝ ਤੋਂ ਮੈਨੂੰ ਇੱਕ ਸਿੱਖ ਪੰਥ ਦੀ ਬਹੁਤ ਵਾਰੀ ਗੱਲ ਹਮੇਸ਼ਾ ਯਾਦ ਆਉਂਦੀ ਹੈ। ਸਾਡੇ ਵਡੇਰੇ ਕਿੰਨੇ ਵੱਡੇ ਸਨ, ਕਿੰਨਾ ਵੱਡਾ ਉਹਨਾਂ ਦਾ ਜ਼ਿੰਦਗੀ ਦਾ ਰੁਤਬਾ ਸੀ। ਅੱਜ ਕੱਲ੍ਹ ਤਾਂ ਅਸੀਂ ਦੇਖਦੇ ਹਾਂ ਨਾ ਵੀ ਸਾਡੇ ਇੱਕ ਦੂਜੇ ਬੰਦੇ ਨਾਲ ਨਿਭਦੀ ਨਹੀਂ, ਵਿਚਾਰ ਨਹੀਂ ਮਿਲਦੇ, ਝਗੜਾ ਹੋ ਜਾਂਦਾ, ਤਕਰਾਰਾਂ ਨੇ, ਈਰਖਾ, ਦਵੈਸ਼, ਬਹੁਤ ਕੁਝ ਹੈ। ਸਾਡੇ ਸਿੱਖ ਗੁਰੂ ਕੇ ਸਿੱਖਾਂ ਦੇ ਪ੍ਰਥਾਏ ਇਤਿਹਾਸ ਦੇ ਵਿੱਚ ਲਿਖਿਆ ਵੀ ਇਹਨਾਂ ਵਿੱਚ ਇੰਨਾ ਇਤਫਾਕ ਹੈ, ਇੰਨੀ ਭਾਈਚਾਰਕ ਸਾਂਝ ਹੈ ਇਨ ਮੈਂ ਇਤਫਾਕ ਮਹਾਨ, ਸਿੱਖ ਸਿੱਖ ਪਰ ਬਾਰਤ ਪ੍ਰਾਣ। ਇੱਕ ਦੂਜੇ ਤੋਂ ਜਾਨ ਵਾਰ ਦਿੰਦੇ ਨੇ, ਇੱਕ ਦੂਜੇ ਤੋਂ ਜਾਨ ਵਾਰ ਦਿੰਦੇ ਨੇ। ਇੰਨੀ ਜ਼ਿਆਦਾ ਭਾਈਚਾਰਕ ਸਾਂਝ ਹੈ, ਇਹ ਆਪਣੇ ਵਿੱਚ ਵੀ ਹੋਣੀ ਚਾਹੀਦੀ ਹੈ। ਕੋਈ ਬੰਦਾ ਆਪਣੇ ਨਾਲ ਠੀਕ ਵਿਹਾਰ ਨਹੀਂ ਕਰਦਾ, ਉਦੋਂ ਵੀ ਸਾਨੂੰ ਗੁਰੂ ਦਾ ਭਾਣਾ ਮੰਨ ਕੇ, ਗੁਰੂ ਦੇ ਉਪਦੇਸ਼ ਨੂੰ ਜਾਣ ਕੇ ਵੀ ਕੋਈ ਗੱਲ ਨਹੀਂ, ਅਕਾਲ ਪੁਰਖ ਨੇ ਇਹ ਸੰਸਾਰ ਪੈਦਾ ਕੀਤਾ, ਇਹਦੇ ਵਿੱਚ ਜਿੰਨੇ ਚੰਗੇ ਮਾੜੇ ਲੋਕ ਹੈ ਉਹ ਹੈ ਤਾਂ ਅਕਾਲ ਪੁਰਖ ਦੇ ਸਾਜੇ ਹੋਏ। ਖੋਟੇ ਖਰੇ ਤੁਧ ਆਪ ਉਪਾਏ, ਜਿਵੇਂ ਗੁਰੂ ਪਾਤਸ਼ਾਹ ਦਾ ਵਚਨ ਹੈ ਵੀ ਜਿਹੜੇ ਚੰਗੇ ਮਾੜੇ ਜਿੰਨੇ ਵੀ ਲੋਕ ਆ ਉਹ ਆਖਰ ਤਾਂ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਨੇ। ਆਪਾਂ ਗੱਲ ਇੰਨੀ ਸਿਰਫ ਤੁਲਨਾ ਕਰਨ ਵਾਸਤੇ ਤੁਰੇ ਹੋਏ ਆ ਵੀ ਗੁਰੂ ਪਾਤਸ਼ਾਹ ਨੇ ਜੇ ਸਾਨੂੰ ਕਿਹਾ ਵੀ ਅਕਾਲ ਪੁਰਖ ਦੀ ਸੇਵਾ ਦੇ ਵਿੱਚ ਵੱਡਾ ਆਨੰਦ ਹੈ, ਤਾਂ ਗੁਰਮਤ ਅਨੁਸਾਰ ਜਿਹੜੀ ਸੇਵਾ ਕੀਤੀ ਜਾ ਸਕਦੀ ਹੈ ਉਹ ਕਈ ਤਰੀਕਿਆਂ ਦੀ। ਇੱਕ ਤਾਂ ਜਿਵੇਂ ਸਾਰੇ ਜੀਆਂ ਨੂੰ ਹਾਜ਼ਰ ਨਾਜ਼ਰ ਰੱਬ ਨੂੰ ਜਾਣ ਕੇ ਵੀ ਇਹ ਅਕਾਲ ਪੁਰਖ ਦੇ ਸਾਜੇ ਹੋਏ ਹੈ, ਅਸੀਂ ਸਾਰੇ ਜੀਆਂ ਦੇ ਨਾਲ ਚੰਗਾ ਵਿਹਾਰ ਕਰੀਏ, ਇਹ ਵੀ ਰੱਬ ਦੀ ਸੇਵਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ। ਇੱਕ ਹੈ ਬਾਣੀ ਦੇ ਵਿੱਚ ਸਾਨੂੰ ਦੱਸਿਆ ਹੋਇਆ ਵੀ ਅਕਾਲ ਪੁਰਖ ਦਾ ਨਾਮ ਜਪਣਾ, ਭਾਵੇਂ ਉਹ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਬਾਣੀ ਪੜ੍ਹਦਾ ਹੈ, ਇਹ ਵੀ ਰੱਬ ਦੀ ਸੱਚੀ ਸੇਵਾ ਹੈ। ਇੱਕ ਜਿਵੇਂ ਭਾਈ ਗੁਰਦਾਸ ਜੀ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਕਿਸੇ ਬੰਦੇ ਦੀ ਘਰ ਆਏ ਮਹਿਮਾਨ ਦੀ ਸੇਵਾ ਕਰਨੀ ਹੋਵੇ, ਉਹਨੂੰ ਆਪਾਂ ਚੰਗਾ ਖਾਣ ਪੀਣ ਨੂੰ ਦੇ ਸਕਦੇ ਹਾਂ, ਪਰ ਅਕਾਲ ਪੁਰਖ ਨੂੰ ਤਾਂ ਇਸ ਤਰ੍ਹਾਂ ਚੀਜ਼ਾਂ ਦੀ ਭੁੱਖ ਲੱਗਦੀ ਨਹੀਂ, ਉਹਦੀ ਫਿਰ ਸੇਵਾ ਕਿਵੇਂ ਕਰੀਏ? ਉਹਨੂੰ ਭੁੱਖ ਕਿਹੜੀ ਚੀਜ਼ ਦੀ ਲੱਗਦੀ ਹੈ ਸਾਨੂੰ ਉਹ ਵੀ ਦੱਸਿਆ, ਗੋਬਿੰਦ ਭਾਉ ਭਗਤ ਕਾ ਭੁੱਖਾ। ਅਕਾਲ ਪੁਰਖ ਨੂੰ ਪ੍ਰੇਮਾ ਭਗਤੀ ਦੀ ਵੀ ਉਹਨੂੰ ਪ੍ਰੇਮ ਨਾਲ ਅਸੀਂ ਯਾਦ ਕਰੀਏ, ਇਹ ਉਹਦੇ ਮਨ ਵਿੱਚ ਭੁੱਖ ਹੈ। ਸੋ ਇਹ ਕੁਝ ਤਰੀਕਿਆਂ ਨਾਲ ਅਸੀਂ ਰੱਬ ਦੀ ਅਕਾਲ ਪੁਰਖ ਦੀ ਸੇਵਾ ਕਰ ਸਕਦੇ ਹਾਂ। ਸਾਡੇ ਗੁਰੂਆਂ ਨੇ ਕਹਿ ਦਿੱਤਾ ਵੀ ਇਹ ਏਡੀ ਵੱਡੀ ਸੇਵਾ ਹੈ ਕਿ ਇਸ ਸੇਵਾ ਦੀ ਬਰਾਬਰੀ ਇੱਕ ਰਾਜੇ ਦਾ ਰਾਜ ਵੀ ਨਹੀਂ ਕਰ ਸਕਦਾ। ਭਗਤਾਂ ਨੇ ਸਾਡੇ ਸਾਹਮਣੇ ਇਹ ਕਰਕੇ ਵਿਖਾਇਆ। ਭਗਤਾਂ ਨੇ ਆਖਿਆ, ਰੱਬਾ ਜੋ ਰਾਜ ਦੇਹ ਤਾਂ ਕਵਨ ਵਡਾਈ, ਜੇ ਸਾਨੂੰ ਤੂੰ ਰਾਜ ਭਾਗ ਬਖਸ਼ ਦੇਵੇਂ ਤਾਂ ਇਹਦੇ ਵਿੱਚ ਸਾਡੀ ਕੀ ਵਡਿਆਈ ਹੈ। ਠੀਕ ਹੈ, ਤੇਰਾ ਰਾਜ ਬਖਸ਼ਿਆ ਰਾਜ ਹੋਊ। ਦੂਜੇ ਬੰਨੇ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਏ, ਜੇ ਤੂੰ ਸਾਨੂੰ ਭੀਖ ਮੰਗਾਵੇ ਤਾਂ ਸਾਡਾ ਘਟ ਕੀ ਜਾਣਾ। ਮੈਨੂੰ ਇੱਕ ਛੋਟੀ ਜਿਹੀ ਹੋਰ ਕਹਾਣੀ ਯਾਦ ਆਉਂਦੀ। ਜਿਹੜੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਆ, ਇਸ ਸਕੂਲ ਦੇ ਸਿਲੇਬਸ ਵਿੱਚ ਪੜ੍ਹਾਈ ਵੀ ਜਾਂਦੀ ਹੈ। ਅੰਗਰੇਜ਼ੀ ਦੇ ਕਿਸੇ ਮੈਂ ਪਾਠ ਦੇ ਵਿੱਚ ਇਸ ਤਰ੍ਹਾਂ ਪੜ੍ਹਿਆ ਸੀ, ਇੱਕ ਵਾਰ ਇੱਕ ਕੋਈ ਮੰਗਤਾ ਭਿਖਾਰੀ ਕਿਸੇ ਸ਼ਹਿਰ ਦੇ ਵਾਰ-ਵਾਰ ਆਇਆ। ਮਨ ਵਿੱਚ ਉਹਦੇ ਬੜਾ ਸ਼ਿਕਵਾ ਜਿਹਾ ਸੀ ਵੀ ਮੈਨੂੰ ਰੱਬ ਨੇ ਕਿਹੋ ਜਿਹੀ ਜ਼ਿੰਦਗੀ ਦੇ ਦਿੱਤੀ, ਮੈਂ ਰੋਜ਼ ਮੰਗ ਕੇ ਲੋਕਾਂ ਤੋਂ ਰੋਟੀ ਖਾਂਦਾ, ਮੇਰੇ ਕੋਲੇ ਆਪਦੇ ਕੋਲੇ ਸੁੱਖ ਹੋਣ। ਜਦੋਂ ਇਹ ਸੋਚ ਰਿਹਾ ਸੀ ਤਾਂ ਸਾਹਮਣੇ ਕੋਈ ਇੱਕ ਬਹੁਤ ਵੱਡਾ ਬਾਦਸ਼ਾਹ ਆ ਗਿਆ। ਉਹਦੇ ਕੋਲ ਚੰਗੇ ਸਾਧਨ, ਸਾਰੇ ਨਾਲ ਬੜੇ ਲੋਕ ਉਹਦੇ। ਉਹਨੇ ਸੋਚਿਆ ਵੀ ਅੱਜ ਮੇਰੀ ਜ਼ਿੰਦਗੀ ਦੇ ਦੁੱਖਾਂ ਦਾ ਅੰਤ ਹੋ ਜਾਣਾ ਹੈ, ਅੱਜ ਮੈਂ ਬਾਦਸ਼ਾਹ ਤੋਂ ਬਹੁਤ ਕੁਝ ਮੰਗ ਲੈਣਾ ਹੈ, ਇੰਨਾ ਕੁ ਮੰਗ ਲੈਣਾ ਵੀ ਮੈਨੂੰ ਮੁੜ ਕੇ ਮੰਗਣਾ ਨਾ ਪਵੇ। ਜਦੋਂ ਬਾਦਸ਼ਾਹ ਬਿਲਕੁਲ ਕੋਲ ਆਇਆ ਤਾਂ ਉਹਨੇ, ਭਿਖਾਰੀ ਮੰਗਣ ਹੀ ਲੱਗਿਆ ਸੀ ਬਾਦਸ਼ਾਹ ਤੋਂ ਕੁਝ, ਉਲਟਾ ਰਾਜੇ ਨੇ, ਬਾਦਸ਼ਾਹ ਨੇ ਭਿਖਾਰੀ ਦੇ ਅੱਗੇ ਇਵੇਂ ਕਰਕੇ ਹੱਥ ਕਰ ਦਿੱਤਾ, ਕੁਝ ਮੰਗਿਆ। ਹੁਣ ਭਿਖਾਰੀ ਵਿਚਾਰਾ ਜਵਾਬ ਵੀ ਨਹੀਂ ਦੇ ਸਕਦਾ ਵੀ ਰਾਜੇ ਨੇ ਚਲੋ ਮੰਗਿਆ, ਹੁਣ ਇਹਨੂੰ ਕੀ ਕਹੀਏ, ਮੈਂ ਤਾਂ ਇਹ ਤੋਂ ਮੰਗਣਾ ਸੀ। ਉਹਨੇ ਆਪਣੇ ਛੋਟੇ ਜਿਹੇ ਦਿਲ ਦੇ ਨਾਲ ਥੋੜੇ ਜਿਹੇ ਇੰਨੇ ਕੁ ਦਾਣੇ ਆਪਣੇ ਬੋਝੇ ਚੋਂ ਕੱਢੇ ਤੇ ਉਹਦੇ ਰਾਜੇ ਦੀ ਤਲੀ ਤੇ ਰੱਖ ਦਿੱਤੇ। ਰਾਜਾ ਆਪਣੇ ਰਾਹ ਚੱਲਿਆ ਗਿਆ ਤੇ ਭਿਖਾਰੀ ਆਪਣੇ ਰਾਹ ਜਾਂਦਾ ਰਿਹਾ। ਘਰ ਜਾ ਕੇ ਵੇਖਿਆ ਉਹਨੇ ਜਿੰਨੇ ਕੁ ਦਾਣੇ ਰਾਜੇ ਨੂੰ ਪਾਏ ਸੀ ਨਾ, ਥੋੜੇ ਜਿਹੇ ਦਾਣੇ, ਕੋਈ ਐਸਾ ਕੌਤਕ ਵਾਪਰਿਆ ਜਾਂ ਆਪਾਂ ਕਹਿ ਲਈ ਵੀ ਸਮਝਣ ਲਈ ਇੱਕ ਕਹਾਣੀ ਹੈ। ਇਵੇਂ ਹੋਇਆ ਨਾ ਹੋਇਆ ਸਾਡਾ ਇਸ ਗੱਲ ਨਾਲ ਮਸਲਾ ਨਹੀਂ, ਸਾਡਾ ਮਸਲਾ ਹੈ ਵੀ
ਇਵੇਂ ਹੁੰਦਾ ਹੈ। ਜਿੰਨੇ ਕ ਦਾਣੇ ਉਹਨੇ ਉਸ ਰਾਜੇ ਨੂੰ, ਬਾਦਸ਼ਾਹ ਨੂੰ ਪਾਏ ਸੀ, ਉਹਨੇ ਜਿੰਨੇ ਕੁ ਉਹਨੂੰ ਸਮਰਪਿਤ ਕੀਤੇ, ਓਨੇ ਕ ਦਾਣੇ ਸੋਨੇ ਦੇ ਬਣ ਗਏ। ਉਹ ਬਹੁਤ ਮੁੜ ਕੇ ਪਰੇਸ਼ਾਨ ਹੋਇਆ ਵੀ ਅੱਜ ਜੇ ਮੈਂ ਜਿੰਨੇ ਕ ਦਾਣੇ ਮੇਰੇ ਕੋਲ ਅੱਧ ਕਿੱਲੋ ਪਾਈਆ ਸੀ, ਜੇ ਮੈਂ ਸਾਰੇ ਦਾਣੇ ਬਾਦਸ਼ਾਹ ਨੂੰ ਅਰਪਿਤ ਕਰ ਦਿੰਦਾ ਤਾਂ ਮੇਰੀ ਅੱਜ ਜ਼ਿੰਦਗੀ ਬਦਲ ਜਾਣੀ ਸੀ, ਮੇਰੇ ਕੋਲੇ ਬਹੁਤ ਕੁਝ ਹੋ ਜਾਣਾ ਸੀ। ਸੋ ਅਸੀਂ ਜਿੰਨੀ ਕੁ ਸੇਵਾ ਕਰਦੇ ਹਾਂ, ਮੰਨ ਲਓ ਗੁਰੂ ਘਰ ਜਾ ਕੇ ਝਾੜੂ ਦੀ ਸੇਵਾ ਕੀਤੀ, ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਿਆ, ਅਸੀਂ ਦੁਨੀਆ ਦੇ ਲੋਭ ਲਾਲਚ ਤੋਂ ਬਚੇ, ਗੁਰੂ ਦਾ ਹੁਕਮ ਮੰਨ ਕੇ ਅਸੀਂ ਗੁਰਬਾਣੀ ਪੜ੍ਹੀ, ਗੁਰੂ ਦਾ ਹੁਕਮ ਮੰਨ ਕੇ ਅਸੀਂ ਸੰਗਤ ਦੀ ਸੇਵਾ ਕੀਤੀ, ਗੁਰੂ ਦਾ ਹੁਕਮ ਮੰਨਦਿਆਂ ਕਿਸੇ ਗਰੀਬ ਬੇਸਹਾਰਾ ਦੀ ਸੇਵਾ ਕੀਤੀ, ਗੁਰੂ ਦਾ ਹੁਕਮ ਮੰਨਦਿਆਂ ਕਿਸੇ ਨੂੰ ਅਸੀਂ ਮਿੱਠੇ ਬੋਲ ਬੋਲਦੇ ਹਾਂ। ਇਹ ਸਾਡੀ ਇਹ ਜ਼ਿੰਦਗੀ ਦੇ ਓਨੇ ਕ ਦਾਣੇ ਸਮਝੋ ਸੋਨੇ ਦੇ ਬਣ ਜਾਂਦੇ ਨੇ, ਪ੍ਰਵਾਨ ਹੋ ਜਾਂਦੇ ਆ। ਤੇ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜਿਹੜੇ ਆਪਣੀ ਸਾਰੀ ਜ਼ਿੰਦਗੀ ਨੂੰ ਸਫਲ ਕਰ ਲੈਂਦੇ ਨੇ, ਪ੍ਰਵਾਨ ਕਰ ਲੈਂਦੇ ਨੇ। ਆਪਾਂ ਚੰਗੇ ਲੋਕਾਂ ਦਾ ਨਾਮ ਲੈਨੇ ਆ, ਸਿਫਤ ਕਰਦੇ ਆ। ਗੁਰੂ ਪਾਤਸ਼ਾਹ ਨੇ ਆਖਿਆ ਵੀ ਉਹ ਲੋਕ ਨੇ ਜਿਹੜੇ ਪ੍ਰਵਾਨ ਹੋ ਜਾਂਦੇ ਨੇ ਰੱਬ ਨੂੰ। ਆਪਾਂ ਵੀ ਆਪਣੇ ਜੀਵਨ ਨੂੰ ਸਾਰੇ ਨੂੰ ਪ੍ਰਵਾਨ ਕਰਵਾ ਸਕਦੇ ਆ। ਆਪਾਂ ਹੁੰਦਾ ਨਾ, ਮੰਨ ਲਓ ਕਿਸੇ ਆਪਾਂ ਕੋਈ ਮੰਨ ਲਓ ਕਾਰਜ ਆਪਣਾ ਕੋਈ ਦਫ਼ਤਰੀ ਕੰਮ, ਆਪਾਂ ਕਹਿੰਦੇ ਵੀ ਇਸ ਨੂੰ ਵੱਡੇ ਕਿਸੇ ਅਧਿਕਾਰੀ ਤੋਂ ਪ੍ਰਵਾਨ ਕਰਵਾ ਕੇ ਲੈ ਕੇ ਆਓ, ਉਹ ਪਾਸ ਕਰ ਦੇਵੇ ਤਾਂ ਤੁਹਾਡਾ ਕੰਮ ਹੋ ਜਾਣਾ। ਸਾਹਿਬ ਕਹਿੰਦੇ ਆਪਣੀ ਜਿਹੜੀ ਇਹ ਜ਼ਿੰਦਗੀ ਹੈ, ਜੀਵਨ ਹੈ, ਜੇ ਕੋਈ ਬੰਦਾ ਚਾਹੇ ਵੀ ਮੇਰਾ ਸਾਰੇ ਦਾ ਸਾਰਾ ਜੀਵਨ ਕਿਵੇਂ ਪ੍ਰਵਾਨ ਹੋ ਸਕਦਾ ਹੈ, ਕਿਵੇਂ ਲੇਖੇ ਵਿੱਚ ਲੱਗ ਸਕਦਾ ਹੈ, ਤਾਂ ਗੁਰੂ ਪਾਤਸ਼ਾਹ ਹਰ ਰੋਜ਼ ਆਨੰਦ ਸਾਹਿਬ ਵਿੱਚ ਸਾਨੂੰ ਕਹਿੰਦੇ ਨੇ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਇਆ। ਕਿਸੇ ਬੰਦੇ ਦੀ ਸਾਰੀ ਜ਼ਿੰਦਗੀ, ਸਾਰਾ ਸਰੀਰ ਹੀ ਪ੍ਰਵਾਨ ਹੋ ਗਿਆ। ਕਿਵੇਂ? ਜਿਨ ਸਤਿਗੁਰ ਸੋ ਚਿੱਤ ਲਾਇਆ, ਜਿਹਨੇ ਗੁਰੂ ਦੇ ਨਾਲ ਆਪਣਾ ਚਿੱਤ ਜੋੜ ਲਿਆ। ਸਾਰੀ ਗੁਰਬਾਣੀ ਸਾਨੂੰ ਵਾਰ-ਵਾਰ ਇਹੀ ਉਪਦੇਸ਼ ਦਿੰਦੀ ਹੈ ਵੀ ਮਸਲਾ ਗੁਰੂ ਨਾਲ ਚਿੱਤ ਜੋੜਨ ਦਾ ਹੈ। ਅਸੀਂ ਦੁਨਿਆਵੀ ਪਦਾਰਥਾਂ ਦੇ ਨਾਲ, ਦੁਨਿਆਵੀ ਜਿੰਨਾ ਵੀ ਕੁਝ ਸਾਨੂੰ ਦਿਖਦਾ ਹੈ, ਪਦਾਰਥ ਹੈ, ਖਾਣ ਪੀਣ ਵਾਲੇ, ਪਹਿਨਣ ਵਾਲੇ, ਵਰਤਣ ਵਾਲੇ, ਸਾਨੂੰ ਲੱਗਦਾ ਵੀ ਇਹਨਾਂ ਵਿੱਚ ਪਤਾ ਨਹੀਂ ਕਿੰਨਾ ਕੁ ਸੁੱਖ ਛੁਪਿਆ ਹੋਇਆ ਹੈ। ਕਿਸੇ ਗੁਰਮੁਖ ਨੇ ਵਚਨ ਆਖੇ ਸੀਗੇ, ਮੈਨੂੰ ਉਹਨਾਂ 'ਚ ਬਹੁਤ ਸੱਚਾਈ ਲੱਗਦੀ ਹੈ। ਉਹ ਕਹਿੰਦੇ ਸੁੱਖਾਂ ਨੂੰ ਅਸੀਂ ਜਿੰਨਾ ਵੱਡਾ ਮੰਨਦੇ ਆ ਨਾ, ਵੀ ਮੰਨ ਲਓ ਕਿਸੇ ਬੰਦੇ ਨੇ ਮੰਨ ਲਿਆ ਵੀ ਬਹੁਤ ਮਹਿੰਗੀ ਜਿਹੜੀ ਕਾਰ ਹੈ, ਗੱਡੀ ਹੈ, ਮੇਰੇ ਕੋਲ ਉਹ ਹੋਵੇ, ਉਹਨੂੰ ਪਹਿਲਾਂ ਹੀ ਐਵੇਂ ਲੱਗਦਾ ਰਹਿੰਦਾ ਵੀ ਜਦੋਂ ਇਹ ਮੈਨੂੰ ਮਿਲ ਗਿਆ ਪਤਾ ਨਹੀਂ ਕੀ ਹੋ ਜਾਣਾ। ਹਾਲਾਂਕਿ ਜਿੱਦਾਂ ਕੋਈ ਅਸੀਂ ਜਿਹੜੀ ਚੀਜ਼ ਨੂੰ ਬਹੁਤ ਵੱਡੀ ਮੰਨਦੇ ਹਾਂ, ਉਹਦੀ ਪ੍ਰਾਪਤੀ ਕਦੇ ਹੋ ਵੀ ਜਾਵੇ ਤਾਂ ਬੰਦੇ ਨੂੰ ਫਿਰ ਪਤਾ ਲੱਗਦਾ ਵੀ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ। ਇੱਕ ਇਹ ਪੱਖ। ਦੂਜਾ, ਜਿਹੜੇ ਦੁੱਖਾਂ ਤੋਂ ਅਸੀਂ ਡਰਦੇ ਹਾਂ, ਮੰਨ ਲਓ ਬੱਚੇ ਨੂੰ ਪੜ੍ਹਾਈ ਔਖੀ ਲੱਗਦੀ ਹੈ, ਬੱਚੇ ਨੂੰ ਲੱਗਦਾ ਵੀ ਇਹ ਬਹੁਤ ਵੱਡਾ ਜਿਹੜਾ ਲੈਸਨ ਯਾਦ ਕਰਨਾ ਬਹੁਤ ਵੱਡਾ ਬੋਝ ਹੈ। ਦੁੱਖ ਓਨੇ ਦੁੱਖਦਾਈ ਹੁੰਦੇ ਨਹੀਂ ਜਿੰਨੇ ਅਸੀਂ ਉਹਨਾਂ ਨੂੰ ਦੁੱਖਦਾਈ ਮੰਨ ਲੈਂਦੇ ਹਾਂ ਵੀ ਇਹ ਬਹੁਤ ਦੁੱਖ ਦੇਣ ਵਾਲੇ। ਸੁੱਖ ਉਹਨਾਂ ਆਨੰਦ ਨਜ਼ਾਰਾ ਦੇਣ ਵਾਲੇ ਹੁੰਦੇ ਨਹੀਂ ਜਿੰਨਾ ਅਸੀਂ ਉਹਨਾਂ ਨੂੰ ਵੱਡੇ ਮੰਨ ਲੈਂਦੇ ਹਾਂ। ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਬਚਨ ਆਖੇ ਨੇ ਕਿ ਜਿਹੜੇ ਭੈੜੀ ਮੱਤ ਦੇ ਆਖੇ ਲੱਗ ਕੇ, ਭੈੜੇ ਮਨ ਕਰਕੇ, ਭੈੜੀ ਮੱਤ ਕਰਕੇ ਅਸੀਂ ਜਿਹੜੀਆਂ ਕੋਈ ਗੱਲਾਂ ਕਰਦੇ ਹਾਂ, ਮੰਨ ਲਓ ਕਿਸੇ ਨੂੰ ਖਾਣ ਪੀਣ ਦਾ ਸ਼ੌਂਕ ਹੈ, ਕਿਸੇ ਨੂੰ ਪਦਾਰਥਾਂ ਦੇ ਭੋਗਣ ਦਾ, ਕਿਸੇ ਨੂੰ ਵਿਕਾਰਾਂ ਦਾ ਹੈ। ਸਾਹਿਬ ਕਹਿੰਦੇ ਜਦੋਂ ਤੁਸੀਂ ਗੁਰੂ ਤੋਂ ਉਲਟ ਸੋਚ ਕੇ, ਗੁਰੂ ਤੋਂ ਬੇਮੁਖ ਹੋ ਕੇ ਭੈੜੇ ਭੈੜੇ ਕਰਮ ਕਰਦੇ ਹੋ, ਤੁਹਾਨੂੰ ਲੱਗਦਾ ਵੀ ਇਹ ਵਧੀਆ ਮੌਜ ਹੈ, ਇਹਨਾਂ ਵਿੱਚ ਨਜ਼ਾਰਾ ਹੈ। ਸਾਹਿਬ ਕਹਿੰਦੇ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਆਨੰਦ ਹੈ ਨਾ, ਉਹ ਇੰਨਾ ਕੁ ਜਿਵੇਂ ਆਹ ਉੱਡੀਆਂ ਫਿਰਦੀਆਂ ਮੱਖੀਆਂ ਜੇ ਗੁੜ ਖਾ ਲੈਣ। ਆਪਾਂ ਜਿਹੜੇ ਬੱਚੇ ਪਿੰਡ 'ਚ ਰਹਿਣ ਵਾਲੇ ਆ, ਪਿੰਡ ਵਾਲਿਆਂ ਨੂੰ ਤਾਂ ਬੜਾ ਪਤਾ ਲੱਗ ਜਾਂਦਾ ਵੀ ਕਦੇ ਰਸੋਈ ਦੇ ਵਿੱਚ ਕੋਈ ਮਿੱਠਾ ਡੁੱਲਾ ਪਿਆ, ਮੱਖੀਆਂ ਨੇ ਖਾ ਲਿਆ, ਇਹ ਕਿੱਡੀ ਕੁ ਵੱਡੀ ਗੱਲ ਹੈ। ਜਿਹੜੇ ਬੰਦੇ ਵਿਕਾਰਾਂ ਨੂੰ, ਭੈੜੀ ਮੱਤ ਦੇ ਆਸਰੇ ਜਿਹੜੇ ਕਰਮਾਂ ਨੂੰ ਵੱਡੇ ਸਮਝਦੇ ਨੇ, ਸਾਹਿਬ ਨੇ ਉਹਨਾਂ ਪਰਥਾਏ ਕੀ ਆਖਿਆ ਵੀ ਹੋਛੀ ਮਤ ਭਇਆ ਮਨ ਹੋਛਾ ਗੁੜ ਸਾ ਮੱਖੀ ਖਾਇਆ। ਜਿਹੜੀਆਂ ਗੱਲਾਂ ਤੋਂ, ਗਲਤੀਆਂ ਤੋਂ ਗੁਰੂ ਸਾਹਿਬ ਸਾਨੂੰ ਰੋਕਦੇ ਨੇ, ਜੇ ਅਸੀਂ ਨਹੀਂ ਰੁਕਦੇ, ਉਲਟਾ ਅਸੀਂ ਭੈੜੇ ਕਰਮ ਕਰਦੇ ਹਾਂ, ਗੁਰੂ ਸਾਹਿਬ ਕਹਿੰਦੇ ਤੁਸੀਂ ਕੋਈ ਬਹੁਤ ਵੱਡਾ ਜ਼ਿੰਦਗੀ ਦਾ ਆਨੰਦ ਨਹੀਂ ਪ੍ਰਾਪਤ ਕਰ ਲਿਆ, ਕੋਈ ਬਹੁਤ ਵੱਡੀ ਲੱਭਤ ਹਾਸਲ ਨਹੀਂ ਕਰ ਲਈ ਹੈ।
ਹੋਸ਼ੀ ਮਤ ਭਇਆ ਮਨ ਹੋਸ਼ਾ ਗੁੜ ਸਾ ਮੱਖੀ ਖਾਇਆ। ਮੰਨ ਲਓ ਤੁਸੀਂ ਗੁਰੂ ਸਾਹਿਬ ਕਹਿੰਦੇ ਐਵੇਂ ਆ ਜਿਵੇਂ ਮੱਖੀਆਂ ਨੇ ਗੁੜ ਖਾ ਲਿਆ, ਕੋਈ ਥੋੜਾ ਜਿਹਾ ਮਿੱਠਾ ਖਾ ਲਿਆ, ਕੋਈ ਹੋਰ ਇਹਦੇ ਵਿੱਚ ਕੁਝ ਨਹੀਂ। ਇੱਕ ਬੜੇ ਵੱਡੇ ਸੱਜਣ ਹੋਏ ਨੇ ਮੀਰ ਦਾਦ, ਇਹਨਾਂ ਦੀ ਇੱਕ ਕਿਤਾਬ ਹੈ ਕਿਤਾਬੇ ਮੀਰ ਦਾਦ, ਜਾਂ ਅੰਗਰੇਜ਼ੀ ਵਿੱਚ ਉਹਨੂੰ ਬੁੱਕ ਆਫ ਮੀਰ ਦਾਦ ਆਖਿਆ ਹੋਇਆ। ਉਹ ਪੜ੍ਹਨ ਵਾਲੀ ਹੈ। ਜਦ ਜਿਹੜੇ ਬੱਚੇ ਵਾਹਵਾ ਪੜ੍ਹਦੇ ਆ, ਵੱਡੀ ਉਮਰ ਦੇ, ਉਹਨਾਂ ਨੂੰ ਤਾਂ ਬਹੁਤ ਸਮਝ ਉਹਦੇ ਵਿੱਚ ਆਉਂਦਾ ਹੈ। ਉਹਨਾਂ ਨੇ ਇੱਕ ਥਾਂ ਤੇ ਆਖਿਆ ਵੀ ਜਿਹੜੇ ਗੁਰੂ ਦੀ ਉਹਨਾਂ ਨੇ ਆਖਿਆ ਵੀ ਜਿਹੜੀ ਸੱਚਾਈ ਤੋਂ ਉਲਟ ਜਿੰਨੇ ਵੀ ਕਰਮ ਨੇ, ਜਦੋਂ ਬੰਦਾ ਉਹ ਕਰਦਾ, ਮੰਨ ਲਓ ਕਿਸੇ ਨੇ ਚੋਰ ਨੇ ਚੋਰੀ ਕੀਤੀ, ਠੀਕ ਆ, ਉਹ ਕਹਿੰਦਾ ਵੀ ਚੋਰ ਨੇ ਚੋਰੀ ਕੀਤੀ, ਘਰ ਵਾਲਿਆਂ ਨੂੰ ਨਹੀਂ ਪਤਾ ਲੱਗਿਆ, ਉਹ 20-50 ਹਜ਼ਾਰ ਰੁਪਇਆ ਉੱਥੋਂ ਲੁੱਟ ਸਕਦਾ, ਉਹਨੇ ਐਵੇਂ ਕਰ ਲਿਆ, ਇਹ ਤਾਂ ਉਹਨੇ ਕਰ ਲਿਆ। ਪਰ ਉਹ ਕਹਿੰਦਾ ਵੀ ਉਸ ਚੋਰ ਨੇ ਆਪਣੇ ਉਸ ਪਲਾਂ ਦਾ, ਜ਼ਿੰਦਗੀ ਦੇ ਉਸ ਦਿਨ ਦਾ ਜਿਹੜਾ ਉਹਦੇ ਬਦਲੇ ਗਵਾਇਆ, ਇਵਜ ਵੱਲੋਂ ਗਵਾਇਆ ਜਿਹੜਾ ਕੁਛ, ਉਹ ਕਿੱਡਾ ਗਵਾਇਆ। ਉਸ ਦਿਨ ਦਾ ਰੂਹਾਨੀਅਤ ਦਾ ਆਨੰਦ, ਉਸ ਦਿਨ ਦੀ ਆਪਣੀ ਆਜ਼ਾਦੀ, ਉਸ ਦਿਨ ਦੀ ਜਿਹੜੀ ਅਸਲੀ ਮਨ ਦੀ ਮੌਜ ਸੀ, ਉਹਨੇ ਉਹ ਦਾਤੇ ਲਾਤੀ, ਗਵਾ ਲਈ। ਇਸ ਕਰਕੇ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਕਹਿੰਦੇ ਨੇ, ਜਿਹੜੇ ਹੋਸ਼ੀ ਮਤ ਕਰਕੇ ਅਸੀਂ ਭੈੜੇ ਕਰਮ ਕਰਦੇ ਆ, ਉਹਨਾਂ ਵਿੱਚ ਸੁੱਖ ਨਹੀਂ ਹੈ। ਉਹ ਤਾਂ ਐਵੇਂ ਦੇ ਨੇ, ਹੋਸ਼ੀ ਮਤ ਭਇਆ ਮਨ ਹੋਸ਼ਾ ਗੁੜ ਸਾ ਮੱਖੀ ਖਾਇਆ। ਸਾਡੇ ਸਾਰੇ ਸਵਾਲਾਂ ਦਾ ਜਵਾਬ ਗੁਰੂ ਪਾਤਸ਼ਾਹ ਇੱਥੇ ਹੀ ਦਿੰਦੇ ਹੈ, ਸੁੱਖ ਨਾਹੀਂ ਬਹੁਤਾ ਧਨ ਖਾਟੇ। ਇਸ ਗੱਲ ਨਾਲ ਕਈ ਵਾਰ ਆਪਾਂ ਸਹਿਮਤ ਨਹੀਂ ਹੁੰਦੇ, ਪਰ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਵੀ ਜ਼ਰੂਰੀ ਨਹੀਂ ਵੀ ਅਸੀਂ ਬਹੁਤਾ ਧਨ ਇਕੱਠਾ ਕਰਕੇ ਸੁਖੀ ਹੋ ਜਾਵਾਂਗੇ। ਸੁੱਖ ਨਾਹੀਂ ਪੇਖੇ ਨਿਰਿਤ ਨਾਟੇ। ਅਸੀਂ ਨਾਟਕ ਵੇਖਦੇ ਰਹੇ, ਟੈਲੀਵਿਜ਼ਨ ਲਾਇਆ, ਹੁਣ ਤਾਂ ਆਪਣੇ ਹੱਥ 'ਚ ਹੀ ਸਾਰਾ ਕੁਝ ਹੈ, YouTube, Facebook ਤੇ ਸਾਰਾ ਕੁਝ ਚੱਲਦਾ ਰਹਿੰਦਾ ਹੈ। ਸਾਨੂੰ ਲੱਗਦਾ ਰਹਿੰਦਾ ਵੀ ਇਹ ਬੜਾ ਸੁੱਖ ਦੇਣ ਵਾਲੀਆਂ ਚੀਜ਼ਾਂ, ਪਰ ਸਤਿਗੁਰਾਂ ਕੀ ਆਖਿਆ, ਸੁਖ ਨਾਹੀਂ ਬਹੁਤਾ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਿਤ ਨਾਟੇ। ਨਾਚ ਗਾਣੇ ਵੇਖ ਲੈਣੇ, ਆਪਾਂ ਵੇਖਦੇ ਹਾਂ ਵਿਆਹਾਂ ਦੇ ਵਿੱਚ ਲੋਕ ਕਿੰਨਾ ਖੁਸ਼ ਹੋ ਕੇ ਨੱਚਦੇ ਹੈ, ਪਰ ਸਾਹਿਬ ਕਹਿੰਦੇ ਇਹ ਕੋਈ ਵੱਡਾ ਸੁੱਖ ਨਹੀਂ, ਇਹ ਕੋਈ ਆਨੰਦ ਥੋੜਾ ਹੀ ਹੈ। ਸੁਖ ਨਾਹੀਂ ਪੇਖੇ ਨਿਰਿਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ। ਬੰਦਿਆਂ ਨੂੰ ਲੱਗਦਾ ਨਾ ਵੀ ਕਿਸੇ ਅਸੀਂ ਬਾਹਰਲੇ ਮੁਲਕ ਚਲੇ ਜਾਈਏ, ਉੱਥੇ ਵੱਖ-ਵੱਖ ਲੋਕੇਸ਼ਨਾਂ ਦੇਖਾਂਗੇ, ਉੱਥੇ ਅਸੀਂ PR ਹੋ ਗਏ, ਸੈੱਟ ਹੋ ਗਏ, ਕਾਰੋਬਾਰ ਠੀਕ ਹੋ ਗਿਆ, ਪਤਾ ਨਹੀਂ ਕੀ ਹੋ ਜਾਣਾ। ਸਾਹਿਬ ਕਹਿੰਦੇ ਕੁਝ ਨਹੀਂ ਹੁੰਦਾ, ਉਹਦੇ ਨਾਲ ਕੀ ਹੁੰਦਾ। ਤਿੰਨ ਚੀਜ਼ਾਂ ਵੱਡੀਆਂ ਆਪਾਂ ਮੰਨੀਆਂ ਹੁੰਦੀਆਂ ਵੀ ਦੌਲਤ ਬਹੁਤ, ਰੁਪਈਏ ਬਹੁਤ ਹੋਣ, ਦੇ ਸਾਧਨ ਹੋਣ, ਜਾਂ ਥਾਵਾਂ ਦੇਖੀਏ, ਘੁੰਮੀਏ ਫਿਰੀਏ। ਸਤਿਗੁਰੂ ਕਹਿੰਦੇ ਨਹੀਂ ਭਾਈ, ਇਹਨਾਂ ਵਿੱਚ ਸੁੱਖ ਥੋੜਾ ਹੀ ਹੈ। ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਿਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਸਾਰੇ ਸੁੱਖਾਂ ਤੋਂ ਵੱਡਾ ਸੁੱਖ ਹੈ ਰੱਬ ਦੇ ਗੁਣ ਗਾਉਣੇ। ਜਿਹੜੇ ਗੁਰਮੁਖ ਗੁਰਬਾਣੀ ਪੜ੍ਹਦੇ ਹੈ, ਉਹਨਾਂ ਨੂੰ ਪਤਾ ਹੈ ਗੁਰਬਾਣੀ ਦਾ, ਪਰਮੇਸ਼ਰ ਦੇ ਨਾਮ ਦਾ ਕਿੰਨਾ ਰੂਹਾਨੀਅਤ ਦਾ ਆਨੰਦ ਹੈ, ਜਿਹਦੀ ਮਿਠਾਸ ਨੂੰ ਕੁਝ ਵੀ ਨਹੀਂ ਪਹੁੰਚ ਸਕਦਾ। ਆਪਣਾ ਸਮਾਂ ਨੇੜੇ ਹੋ ਗਿਆ, ਮੈਂ ਇੱਕ ਅਖੀਰ ਤੇ ਇੱਕ ਬਸ ਥੋੜੀਆਂ ਜਿਹੀਆਂ ਉਦਾਹਰਨਾਂ ਦੇ ਨਾਲ ਗੱਲ ਕਹਿਣੀ ਹੈ। ਗੁਰੂ ਪਾਤਸ਼ਾਹ ਨੇ ਆਖਿਆ, ਦੋ ਰਾਹ, ਇੱਕ ਹੈ ਰੱਬ ਦੀ ਸੇਵਾ ਵਾਲਾ। ਉਸ ਰਾਹ ਤੇ ਲੋਕ ਘੱਟ ਤਾਂ ਤੁਰਦੇ ਨੇ ਕਿਉਂਕਿ ਉਹ ਸ਼ੁਰੂਆਤੀ ਤੌਰ ਤੇ ਬੇਸਵਾਦਾ ਹੈ, ਉਹਦਾ ਕੋਈ ਸਵਾਦ ਨਹੀਂ। ਕਿਸੇ ਨੂੰ ਪਹਿਲੇ ਦਿਨ ਆਪਾਂ ਬਾਣੀ ਪੜ੍ਹਾਈਏ, ਬੰਦੇ ਨੂੰ ਆਖੀਏ ਵੀ ਤੈਨੂੰ ਕਿਵੇਂ ਲੱਗਿਆ, ਉਹ ਕਹਿੰਦਾ ਨਹੀਂ ਮੈਨੂੰ ਬੜਾ ਠੀਕ ਨਹੀਂ ਲੱਗਿਆ। ਕਿਸੇ ਨੂੰ ਆਪਾਂ ਨਾਮ ਜਪਣ ਲਈ ਨਾਲ ਬਿਠਾ ਲਈਏ, ਬੰਦਾ 5 ਮਿੰਟ ਨਹੀਂ ਬੈਠ ਸਕਦਾ। ਇਹ ਗੁਰੂ ਪਾਤਸ਼ਾਹ ਨੇ ਵੀ ਮੰਨਿਆ ਵੀ ਇਹ ਸ਼ੁਰੂ ਚ ਬੰਦੇ ਨੂੰ ਥੋੜਾ ਪਰੇਸ਼ਾਨੀ ਵਾਲਾ ਲੱਗਦਾ ਹੈ। ਕਰੈਂ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ। ਜਿਵੇਂ ਕੋਈ ਖਾਰਾ ਜਾਂ ਪੱਥਰ ਚੱਟਣਾ ਹੋਵੇ, ਜੀਭ ਦੇ ਨਾਲ ਕੋਈ ਪੱਥਰ ਚੱਟਣਾ, ਉਹਦਾ ਕੀ ਸਵਾਦ ਹੈ। ਗੁਰੂ ਦੀ ਦੱਸੀ ਸੇਵਾ ਕਰਨੀ ਸ਼ੁਰੂ ਦੇ ਵਿੱਚ ਇਵੇਂ ਬੇਸਵਾਦੀ ਲੱਗਦੀ ਹੈ, ਲੱਗ ਸਕਦੀ ਹੈ, ਇਹ ਕੋਈ ਬਾਹਲੀ ਵੱਡੀ ਗੱਲ ਨਹੀਂ। ਕਈ ਬੰਦੇ ਕਹਿੰਦੇ ਜੀ ਮੇਰਾ ਪਾਠ ਕਰਨ ਨੂੰ ਮਨ ਨਹੀਂ ਲੱਗਦਾ, ਸ਼ੁਰੂ ਚ ਨਹੀਂ ਲੱਗਦਾ, ਇਹ ਕੋਈ ਵੱਡੀ ਗੱਲ ਨਹੀਂ, ਹੈਰਾਨ ਕਰਨ ਵਾਲੀ ਗੱਲ ਨਹੀਂ। ਗੁਰੂ ਪਾਤਸ਼ਾਹ ਨੇ ਵੀ ਆਖਿਆ ਵੀ ਇਹ ਆਨੰਦ ਸ਼ੁਰੂ ਚ ਨਹੀਂ ਬਣਦਾ। ਸ਼ੁਰੂ ਚ ਤਾਂ ਇਹ ਹਾਲ ਹੁੰਦਾ ਹੈ ਕਿ ਕਰੈਂ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ, ਜਿਵੇਂ ਖਾਰਾ ਪੱਥਰ ਚੱਟਣਾ ਹੋਵੇ। ਪਰ ਜਿਹੜੇ ਕੋਈ ਮਾਈ ਭਾਈ ਇਹ ਬੱਚੇ ਇਸ ਬੰਨੇ ਲੱਗੇ ਰਹਿਣ, ਉਹ ਹੌਲੀ ਹੌਲੀ ਇਸ ਨਾਮ ਬਾਣੀ ਦੇ ਵਿੱਚੋਂ ਇੰਨਾ ਆਨੰਦ ਹਾਸਲ ਕਰ ਲੈਂਦੇ ਆ। ਜਿਵੇਂ ਸ਼ੇਖ ਫਰੀਦ ਨੇ ਆਖਿਆ,
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਰੱਬ ਦੀ ਯਾਦ ਵਿੱਚ ਏਡਾ ਆਨੰਦ ਹੈ, ਏਡਾ ਸੁੱਖ ਹੈ, ਏਡੀ ਮਿਠਾਸ ਹੈ ਵੀ ਕੋਈ ਵੀ ਖੰਡ ਮਿਸ਼ਰੀ ਦੁੱਧ ਕੁਛ ਵੀ ਉਹਦੀ ਮਿਠਾਸ ਨੂੰ ਨਹੀਂ ਪਹੁੰਚ ਸਕਦਾ। ਏਡਾ ਵੱਡਾ ਆਨੰਦ ਆ ਉਹਦਾ। ਤੇ ਸ਼ੁਰੂ ਦੇ ਵਿੱਚ ਇਹ ਬੇਸੁਆਦ ਹੈ। ਇਹਦੇ ਉਲਟ ਜਿਹੜਾ ਵਿਕਾਰਾਂ ਵਾਲਾ ਗੁਰੂ ਤੋਂ ਉਲਟ ਮਨਮਤ ਵਾਲਾ ਜਿਹੜਾ ਰਾਹ ਉਹ ਸ਼ੁਰੂ ਚ ਬੜਾ ਚੰਗਾ ਹੈ। ਤਾਂ ਕਰਕੇ ਲੋਕ ਗੁਰੂ ਤੋਂ ਉਲਟ ਜਾ ਕੇ ਬਹੁਤ ਜ਼ਿਆਦਾ ਭੈੜੇ ਕਰਮ ਕਰਦੇ ਹੈ। ਉਹ ਰਾਹ ਸ਼ੁਰੂ ਦੇ ਵਿੱਚ ਬੜਾ ਚੰਗਾ ਹੈ। ਉਹਦਾ ਵੀ ਸ਼ੇਖ ਫਰੀਦ ਜੀ ਨੇ ਜ਼ਿਕਰ ਕੀਤਾ ਵੀ ਜੇ ਉਹ ਰਾਹ ਬੁਰਾ ਹੈ, ਜੇ ਬੁਰਾਈਆਂ ਸਾਨੂੰ ਸਜ਼ਾ ਦਿੰਦੀਆਂ ਨੇ, ਦੁੱਖ ਦਿੰਦੀਆਂ, ਤਾਂ ਲੋਕ ਫਿਰ ਬੁਰਾਈਆਂ ਦੇ ਵਸ਼ ਕਿਉਂ ਪੈਂਦੇ ਆ? ਤਾਂ ਫਿਰ ਉੱਥੇ ਸ਼ੇਖ ਫਰੀਦ ਜੀ ਨੇ ਬੜਾ ਸੋਹਣਾ ਦੱਸਿਆ ਹੈ, ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ। ਇਹ ਮੈਨੂੰ ਲੱਗਦਾ ਵੀ ਜਿਹੜੇ ਬੱਚੇ ਪਿੰਡਾਂ ਵਾਲੇ ਆ ਉਹਨਾਂ ਨੂੰ ਪਤਾ ਵੀ ਗੰਦਲਾਂ ਕੀ ਹੁੰਦੀਆਂ। ਜਦੋਂ ਸਰੋਂ ਪੱਕਦੀ ਹੈ ਖੇਤਾਂ ਦੇ ਵਿੱਚ, ਇਹਦਾ ਸਾਗ ਬਣਾਉਣੇ ਉਹ ਗੰਦਲਾਂ ਹੁੰਦੀਆਂ, ਸਵਾਦ ਹੁੰਦੀਆਂ। ਜਿਹੜੀਆਂ ਬੁਰਾਈਆਂ ਉਹ ਕਹਿੰਦੇ ਲੋਕ ਜਿਹੜੇ ਬੁਰੇ ਰਾਹ ਪੈਂਦੇ ਨੇ ਉਹ ਤਾਂ ਪੈਂਦੇ ਆ, ਇਹ ਅਸਲ ਦੇ ਵਿੱਚ ਕਹਿੰਦੇ ਇਵੇਂ ਆ ਜਿਵੇਂ ਇਹ ਹੈ ਤਾਂ ਜ਼ਹਿਰ ਦੀਆਂ ਗੰਦਲਾਂ। ਜੇ ਉਹ ਕੌੜੀਆਂ ਜ਼ਹਿਰੀਲੀਆਂ ਨੇ ਤਾਂ ਲੋਕ ਕਿਉਂ ਖਾਂਦੇ ਆ? ਤਾਂ ਪਾਤਸ਼ਾਹ ਕਹਿੰਦੇ ਧਰੀਆਂ ਖੰਡ ਲਵਾੜ। ਅਕਾਲ ਪੁਰਖ ਨੇ ਰਚਨਾ ਇਹ ਜਿਹੀ ਰਚੀ ਹੈ, ਉਹ ਜ਼ਹਿਰ ਦੀਆਂ ਗੰਦਲਾਂ ਨੂੰ ਖੰਡ ਦੇ ਵਿੱਚ ਲਵੇੜ ਕੇ ਰੱਖਿਆ ਹੋਇਆ, ਉਹਦੇ ਉੱਤੇ ਖੰਡ ਦਾ ਗਲੇਫ ਕੀਤਾ। ਉੱਪਰੋਂ ਲੋਕਾਂ ਨੂੰ ਮਿੱਠੀਆਂ ਲੱਗਦੀਆਂ, ਪਰ ਇੱਕ ਰਹਾਂਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਉਹ ਭੈੜਾ ਰਾਹ ਹੈ, ਉਹ ਲੋਕਾਂ ਨੂੰ ਬਾਅਦ ਵਿੱਚ ਦੁੱਖ ਦਿੰਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਆਖਿਆ ਵੀ ਗੁਰੂ ਦੀ ਸੇਵਾ ਦਾ ਰਾਹ ਜਿਹੜਾ ਉਹ ਬਹੁਤ ਵੱਡਾ ਹੈ। ਗੁਰੂ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ। ਇਸੇ ਕਰਕੇ ਜਦੋਂ ਆਪਾਂ ਗੁਰੂ ਦੇ ਦਰ ਤੋਂ ਕਿੰਨੀਆਂ ਦਾਤਾਂ ਮੰਗਦੇ ਹਾਂ, ਗੁਰੂ ਪਾਤਸ਼ਾਹ ਨੇ ਇਹੀ ਆਖਿਆ ਵੀ ਮੰਗਣਾ ਮੰਗਣ ਨੀਕਾ। ਗੁਰੂ ਦੇ ਦਰ ਤੋਂ ਜੇ ਮੰਗਣਾ ਹੈ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਰੱਬ ਦੀ ਸਿਫਤ ਸਲਾਹ, ਅਕਾਲ ਪੁਰਖ ਦੀ ਵਡਿਆਈ ਗੁਰੂ ਤੋਂ ਮੰਗਣੀ, ਇਹ ਵੱਡੀ ਦਾਤ ਹੈ। ਸੋ ਆਪਣਾ ਸਮਾਂ ਹੋ ਗਿਆ ਅਖੀਰ ਤੇ ਮੈਂ ਬੱਚਿਆਂ ਨੂੰ ਇਹ ਵੀ ਬੇਨਤੀ ਕਰ ਰਿਹਾ, ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ, ਉਹਦੇ ਸੰਬੰਧੀ ਨਗਰ ਕੀਰਤਨ ਆਪਣੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਤੋਂ ਚੱਲ ਕੇ ਪਹੁੰਚ ਰਿਹਾ। ਜਿਹੜੇ ਬੱਚਿਆਂ ਨੂੰ ਜਿੱਥੇ ਕਿਤੇ ਨੇੜੇ ਸੁਨੇਹਾ ਮਿਲੇ ਜ਼ਰੂਰ ਪਰਿਵਾਰਾਂ ਸਮੇਤ ਤੁਸੀਂ ਹਾਜ਼ਰੀਆਂ ਭਰਨੀਆਂ, ਲਾਹਾ ਪ੍ਰਾਪਤ ਕਰਨਾ। ਬੋਲਦੇ ਪਾਸੋਂ ਜਿੰਨੀਆਂ ਮੈਥੋਂ ਭੁੱਲਾਂ ਹੋਈਆਂ ਆਪ ਜੀ ਸਰਬੱਤ ਸੰਗਤ ਤੋਂ ਮੈਂ ਖਿਮਾ ਮੰਗਦਾ। ਸੋ ਇੱਥੇ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਮੈਂ ਬੜਾ ਸੌਖੇ ਜਿਹੇ ਢੰਗ ਨਾਲ ਵੀ ਇੱਕ ਗੁਰੂ ਦੀ ਸੇਵਾ ਦਾ ਰਾਹ ਹੈ, ਇੱਕ ਗੁਰੂ ਤੋਂ ਬੇਮੁਖ ਹੋ ਕੇ ਸੰਸਾਰੀ ਵਿਸ਼ੇ ਵਿਕਾਰਾਂ ਦਾ, ਭੈੜ ਬੁਰਾਈਆਂ ਦਾ ਰਾਹ ਹੈ। ਉਹ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ ਵੀ ਉਹ ਅਸਲ ਦੇ ਵਿੱਚ ਦੁਖਦਾਈ ਹੈ। ਗੁਰੂ ਦੀ ਸੇਵਾ ਸੁਖਦਾਈ ਹੈ। ਗੁਰੂ ਪਾਤਸ਼ਾਹ ਨੇ ਤਾਂ ਬੜਾ ਜ਼ਹਰ ਆਖਿਆ ਨਾ, ਸੁਖ ਨਾਹੀ ਰੇ ਹਰ ਭਗਤ ਬਿਨਾ। ਸਾਨੂੰ ਇਹ ਯਾਦ ਰੱਖਣਾ ਚਾਹੀਦਾ। ਸੋ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ, ਜਿਨ੍ਹਾਂ ਵੀਰਾਂ ਨੇ, ਜਿਸ ਸੰਸਥਾ ਨੇ ਇਹ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ, ਐਜੂਕੇਟ ਪੰਜਾਬ ਪ੍ਰੋਜੈਕਟ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸੋ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਗੁਰਮੇਲ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਸ਼ਾ ਦਿੱਤਾ ਹੈ ਜੀ, ਜੋ ਸੁਖ ਪ੍ਰਭ ਕੋ ਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਲਈ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ, ਬਹੁਤ ਵਧੀਆ ਢੰਗ ਨਾਲ ਤੁਸੀਂ ਬੱਚਿਆਂ ਨੂੰ ਸਮਝਾਇਆ ਜੀ। ਹਾਂਜੀ, ਹੁਣ ਆਪਣੇ ਵਿਚਾਰੇ ਨੇ ਜੀ ਸਰਦਾਰ ਜਸਵਿੰਦਰ ਸਿੰਘ ਜੀ, ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਆਪਣੇ ਜੀ ਜੋ ਸੁਖ ਉਹਨਾਂ ਨੇ ਮਤਲਬ ਕਿ ਜੋ ਆਪਣੇ ਪ੍ਰੈਕਟੀਕਲੀ ਜੀਵਨ ਵਿੱਚ ਨਿਭਾਇਆ ਹੈ, ਜੋ ਸੁਖ ਪ੍ਰਭ ਕੋ ਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਲਈ। ਹਾਂਜੀ ਅੰਕਲ ਜੀ। ਪਿਆਰੇ ਪਿਆਰੇ ਬੱਚਿਓ, ਮਾਤਾ ਜੀ, ਬੱਚਿਆਂ ਦੇ ਪਿਤਾ ਜੀ, ਰੈਡੀ, ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਹੋਈ ਵੀਰ ਜੀ ਦੇ ਵਿਚਾਰ ਸੁਣ ਕਰਕੇ, ਤੇ ਮੇਰੇ ਮਨ ਚ ਆਇਆ ਮੈਂ ਜ਼ਰੂਰ ਬੱਚਿਆਂ ਨੂੰ, ਕਿਉਂਕਿ ਨਾ ਬੱਚਿਆਂ ਨੂੰ ਅੱਜ ਕੀ ਚਾਹੀਦਾ ਹੈ, ਕੋਈ ਰੋਲ ਮਾਡਲ ਚਾਹੀਦਾ ਹੈ। ਕਿਉਂਕਿ ਵੀਰ ਜੀ ਨੇ ਹੁਣੇ ਤਕਰੀਬਨ 40-45 ਮਿੰਟ ਗੱਲਾਂ ਸੋਹਣੀਆਂ ਸੁਣਾਈਆਂ, ਪਰ ਬੱਚੇ ਸ਼ਾਇਦ ਯਕੀਨ ਨਹੀਂ ਕਰਦੇ ਇਸ ਗੱਲ ਤੇ ਕਿ ਬਈ ਜੋ ਕੁਝ ਭਾਈ ਸਾਹਿਬ ਨੇ ਕਿਹਾ ਇਹ ਨਹੀਂ ਹੋ ਹੀ ਨਹੀਂ ਸਕਦਾ, ਪਰ ਇਹ ਬਿਲਕੁਲ ਸੱਚ ਹੈ ਬੱਚਿਓ। ਮੈਂ ਇਸ ਕਰਕੇ 5 ਮਿੰਟ ਲਏ ਆ, ਮੈਂ 5 ਮਿੰਟ ਹੀ ਲੈਣੇ ਆ ਬੱਚਿਓ। ਤੁਸੀਂ ਛੋਟੇ ਹੋ ਅਜੇ, ਮੈਂ ਵੀ ਤੁਹਾਡੀ ਉਮਰ ਦਾ ਸੀ। ਮੈਂ ਪੜ੍ਹਾਈ ਕਰਕੇ ਇੱਥੇ ਇੰਗਲੈਂਡ ਆਇਆ ਸੀਗਾ BA ਕਰਕੇ, ਔਰ 53 ਸਾਲ 53 ਇਅਰਸ ਮੈਨੂੰ ਹੋ ਗਏ ਇੱਥੇ। ਤੇ ਬਿਲਕੁਲ ਸਾਡੇ ਮਾਤਾ ਪਿਤਾ ਨੇ ਸਾਨੂੰ ਪਰਮਾਤਮਾ ਨਾਲ ਜੋੜਿਆ ਸੀਗਾ, ਔਰ ਬੱਚਿਓ ਜਿਸ ਤਰੀਕੇ ਤੁਹਾਨੂੰ ਜੋੜਿਆ ਜਾ ਰਿਹਾ, ਤੇ ਬਸ ਮੈਂ ਆਪਣੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ
कि मैं भी छोटी थोड़ी करके परमात्मा की पढ़ाई करते करते बिल्कुल तुसी सारे बच्चों को पता है कि मेरा जीवन मैं एक भिखारी तो राजा बनिया, क्योंकि गुरु ग्रंथ साहब ने लिखा अखर अखर सच है। ते भाई साहब ने हुणे दसिया कि राजे वाला जीवन, और राजे वाला जीवन जो बन जाता है तो बंदा भुल भी जाता, गलती भी करता। और मैं गलती भी दसी तुहानू, मैं 9 साल गलती भी बड़ी वड्डी की, 2 बारी जम के मर जावां तो नहीं बख्शिया जा सकदा, पर बाबा जी बड़े दयालु है, अपने भगत नू बख्श देंदे आ, अपने बच्चे नू बख्श देंदे आ, जिस माता पिता बच्चे नू माफ कर देंदे आ। सो बेटे मैं तुहानू यकीन दिवाना चाहना वा भाई साहब दीयां गल्लां ते, कि तुहानू मोहर ला के दसना चाहना कि मैं एक रोल मॉडल हाँ तुहाडे वास्ते। बिल्कुल मैं भिखारी तो राजा बनिया, तुहानू सारी कहानी पता है, पर राजा बनन तो बाद बेटे जो मैं पाठ करदा 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 देखिया, जो सुख प्रभ गोबिंद की सेवा सो सुख राज न लईए। सो बच्चिओ मैं अपना राज पाठ सब कुछ छड्ड के ये जिहड़ी सेवा तुहाडी हो रही है ना, हुण साडी टीम एजुकेट पंजाब प्रोजेक्ट कर रही है, ते मैं किसी बच्चे नू कदी फीस देनी पै जाए, किसी नू राशन की लोड़ पै जाए, या कोई बीमार हो जाता उहदी मदद की लोड़ पै जाए, या इस तरह दीयां होर सेवावां कोई बेटे जो उहदे सुख मिलदा जे ना बच्चिओ। तुहानू दस्सिया ना वीर जी ने हुणे कहा सी दुनिया की सब तो महंगी कार मेरे को सीगी, मैं किन्ने साल चलाई, अपना हवाई जहाज राजा महाराज कहंदा मेरे को अपना हवाई जहाज भी सीगा, और महल वर्गा घर 2-2 घंटे अंग्रेज मेरे घर के बाहर आ खलोते होंदे, उन्होंने इहो जिहा घर नहीं वेखिया। पर बच्चों मैं सब कुछ छड्ड दिता। उस तो बाद जिहड़ा मैनूं सुख ही चाहिदा सी ना 5 करोड़ की कार दे झूटे लैके सच्ची नहीं मिलिया बच्चों, क्योंकि हुण भी ये बच्चा मेरे ख्याल इस अज दे कैंप विच होएगा। मैनूं अमृतसर तो बच्चे का मैसेज आया कि मैं तुहाडे नाल फीस वास्ते गल करना चाहनी हाँ। छोटी बच्ची है 10वीं क्लास की, डैडी ओहदे रेहड़ी लांदे आ बेचारी दे, मम्मी बीमार रहिंदे आ, ते मैनूं उस वेले चा चढ़ जांदा है, हाय बाबा जी ने मैनूं राजे वाला जीवन दिता, राजे वर्गी धन दौलत दित्ती। ते मेरा एकदम चा चढ़ गया बच्चे नूं। मैं क्या 7 बजे तो लैके 8 बजे विचकार मैं तैनूं फोन करके पूछांगा बेटे, बस तू अगर पाठ करदा बच्चे पाठ करो, बाणी नूं समझो विचार के, जिवें स्कूल की पढ़ाई विचार करदे हो तुसीं बेटे, सही जवाब देंदे हो पास हो जांदे हो, इदां मैं भी कीता। मैं अपने बच्चों भी सिखाया, मेरे दोनों बच्चे है। मैं इंग्लैंड आया सीगा, मैनूं नौकरी नहीं मिलती सी, दाड़ी केस कट्टण नूं कहंदे सी, मैं कदी नहीं कटवाई, और अज मेरे बच्चों कोल 105 अंग्रेज नौकरी करदे आ बच्चों। ये गुरबाणी जे, ये गुरु की सेवा जे बच्चों। सो बच्चों मैं तुहानूं यकीन दिवाउण वास्ते कि अज दा लैक्चर जे तुसीं ध्यान नाल नहीं सुनिया ना, एक बारी फिर सुनो या होरां नूं भी सुणाओ, ये बिल्कुल सच है बेटे। राजा भी बन के वेख लिया, उस तो वड्डा सुख मैं माण रिहा, और अखीरले स्वास तक माणना है। हुण लॉकडाउन ने मैनूं डकिया होया, नहीं तो मैं तो तुहाडे कोल पंजाब पहुंचना चाहना वा, और पहुंच के मैं बच्चों की सेवा होर करना चाहना, होर बच्चों नूं गुरु ग्रंथ साहिब जोड़ा, ताकि बच्चे ये भी सुख माण सकण। क्योंकि अज बाणी नूं विचार के पढ़ांगे बेटे, जो मांगे ठाकुर अपने ते सोई सोई देवै। ये पैसा पिछे पिछे आ जाता है, इन्ना ज्यादा पैसा दे देंदा परमात्मा, जे असीं परमात्मा दा कहना मन के चलीए। परमात्मा देण वाला नहीं थकदा, ये लैण वाला थक सकदा है। मैं रोल मॉडल हाँ तुहाडे वास्ते। 2 लाख रुपया रोज का मैं कमा सकदा सी अज तो 12 साल पहले, ते बाबा जी अरदास करती सी, बाबा जी तुसीं मैनूं भिखारी तो राजा बना दिता, मैं की करांगा 2 लाख रुपया रोज का कमा के, कल मर जावां, महीने बाद मर जावां, हुण जाना सब ने संसार तो, नाल तां सूई नहीं जानी। ते मैं फिर बाबा जी ने मेरे ते बख्शिश कीती, ये सेवा मैनूं मिली, और इस सेवा जो जिहड़ा मैनूं सुख मिलिया, क्योंकि बाणी पढ़दे पढ़दे उत्थे मैं भी पढ़िया सीगा, लिखिया सी वाकई कि जो सुख प्रभ गोबिंद की सेवा सो सुख राज न लईए। और वाकई मैनूं इहदे ज्यादा सुख मिलदा बेटे, तुसीं मन्नोगे नहीं। तुसीं हुण देखो ना, सारे बच्चे मैं देखिया 350 बच्चा कैंप नाल जुड़िया होया सीगा, ते बेटे मैनूं जो आनंद आ रहा सी, मैं देखदा रहना किन्ने बच्चे जुड़ गए, बड़ा आनंद आ गया। सो बेटे बड़ा मैनूं सुख मिल रहा है। मैं हुण कोई 5 करोड़ की कारां नहीं चलांदा, कोई बड़े महल च नहीं रहिंदा, छड्डता अपना हवाई जहाज भी, मैं तो बिल्कुल एक छोटे जे बॉक्स रूम जिन्होंने कहने आ। ते माफ करना बेटे, मैनूं अच्छा लगदा, उहदे बड़ा सुख मिलदा, आनंद मिलदा है। सो मैं कोई अपनी अमीरी नहीं दसना चाहता बेटे, सुख लैना जिंदगी च आए हाँ, सुख पैसे नाल नहीं जे मिलदा। बड़े दुखी जे वीर जी ने कहा सी हुणे कि तुसीं कनेडा चले जाओ, वो कनेडा च 10 चों 9 बच्चे दुखी आ बेटे, पर जिहड़ा गुरु ग्रंथ साहिब नाल जुड़िया, गुरु दा हुक्म मनदा, गुरु दा कहना मनदा है, वो अपना जीवन उस तरह चलांदा है, वो सुखी है, जरूर सुखी रहेगा, और वो राजा भी बनेगा, और फिर उस तो उतला सुख भी लेगा जिहड़ा कि बाबा जी मैनूं दे रहे हैं। तो मैनूं बहुत आनंद आया, बहुत वधिया वधिया वीर आके अज बच्चों नूं बड़े वधिया वधिया गल्लां सिखा रहे हैं। ये बच्चे बड़े बेटे तुसीं लक्की हैगे हो, भागां वाले हैगे हो, तुहानूं इन्ना सोहना सोहना सिੱਖਣ नूं मिल रहा है। जरूर ध्यान दिओ, ध्यान नाल सिੱਖो, और विश्वास करो, तुसीं ये गल्लां ते विश्वास करो। बस मैं होर समा नहीं लैणा, तुहाडा हुण क्लोजिंग दा टाइम हो गया, ते मैं इत्थे ही फतेह बुलाना वा। मैं इंडिया आवांगा, सारे बच्चों नूं मिलांगा, मैं बड़ा मिस कर रहा सारे बच्चों नूं, 1 साल हो गया। तो गुरु अरदास करना मेरे वास्ते बेटे, ताकि मैं ये सेवा करनी चाहना। होर बच्चों नूं जोड़िए, तुसीं आप जोड़ो बेटियो। वाहिगुरू जी का खालसा, वाहिगुरू जी की फतेह।
ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ ਦਾ। ਅੱਜ ਇੱਥੇ ਹੀ ਆਪਾਂ ਕੈਂਪ ਦੀ ਸਮਾਪਤੀ ਕਰਦੇ ਹਾਂ ਜੀ। ਕੱਲ ਇਸੇ ਤਰ੍ਹਾਂ ਹੀ 4 ਵਜੇ ਕੈਂਪ ਨਾਲ ਫੇਰ ਜੁੜਾਂਗੇ ਜੀ, ਹਾਜ਼ਰੀਆਂ ਭਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ